ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਜਮਾਤ ਪਹਿਲੀ, ਵਿਸ਼ਾ ਪੰਜਾਬੀ, ਉਪ ਵਿਸ਼ਾ ਆਓ ਸੁੰਦਰ ਲਿਖੀਏ। ਸੁੰਦਰ ਲਿਖਣ ਦੇ ਲਈ ਕੁਝ ਖਾਸ ਨੁਕਤਿਆਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਨ੍ਹਾਂ ਸੰਬੰਧੀ ਅੱਜ ਆਪਾਂ ਗੱਲਬਾਤ ਕਰਾਂਗੇ। ਪਿਆਰੇ ਬੱਚਿਓ, ਆਓ ਅੱਜ ਆਪਾਂ ਕੁਝ ਅੱਖਰ ਸਿੱਖਦੇ ਹਾਂ। ਪਿਆਰੇ ਬੱਚਿਓ, ਅੱਜ ਆਪਾਂ ਪੰਜਾਬੀ ਦੀ ਪਾਠ ਪੁਸਤਕ ਦੇ ਪੰਨਾ ਨੰਬਰ 64 ਉੱਪਰ ਪਹਿਲਾ ਅੱਖਰ ਘੱਗਾ ਸਿੱਖਦੇ ਹਾਂ। ਸਭ ਤੋਂ ਪਹਿਲਾਂ ਬਿਲਕੁਲ ਛੋਟੀ ਰੇਖਾ ਲਗਾਉਣੀ ਹੈ, ਫਿਰ ਕਰਵ ਦਿੰਦੇ ਹੋਏ ਹੇਠਾਂ ਵੱਲ ਆਉਂਦੇ ਹਾਂ, ਉਸ ਤੋਂ ਬਾਅਦ ਉੱਪਰ ਵੱਲ ਤੇ ਉੱਪਰ ਤੋਂ ਹੇਠਾਂ ਵੱਲ। ਇੱਥੇ ਅਸੀਂ ਇਸ ਨੂੰ ਰੋਕ ਦਿੰਦੇ ਹਾਂ, ਫਿਰ ਉੱਪਰ ਤੋਂ ਹੇਠਾਂ ਵੱਲ ਇੱਕ ਬਿਲਕੁਲ ਸਿੱਧੀ ਰੇਖਾ ਲਗਾਉਣੀ ਹੈ। ਤਾਂ ਸਾਡੇ ਕੋਲ ਤਿਆਰ ਹੋ ਗਿਆ ਹੈ ਘੱਗਾ। ਇਸ ਦਾ ਜੋ ਇਸ ਪ੍ਰਕਾਰ ਲੰਬਾਈ ਹੈ ਬਾਕੀ ਅੱਖਰਾਂ ਤੋਂ ਥੋੜੀ ਵੱਧ ਹੁੰਦੀ ਹੈ, ਤੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਲਾਈਨ ਨਾਲ ਹੇਠੋਂ ਜੁੜਦਾ ਨਹੀਂ। ਇਸ ਤੋਂ ਅਗਲਾ ਅੱਖਰ ਹੈ ਯਈਆ। ਬਿਲਕੁਲ ਸਿੱਧੀ ਲਾਈਨ ਰੇਖਾ ਦੇ ਉੱਪਰ ਅਸੀਂ ਲਗਾਉਂਦੇ ਹਾਂ, ਫਿਰ ਉੱਪਰ ਤੋਂ ਹੇਠਾਂ ਵੱਲ ਕਰਵ ਦਿੰਦੇ ਹੋਏ, ਗੋਲਾਈ ਦਿੰਦੇ ਹੋਏ ਉੱਪਰ ਵੱਲ, ਤੇ ਇਸ ਤੀਜੀ ਲਾਈਨ ਨੂੰ ਅਸੀਂ ਇਸ ਪ੍ਰਕਾਰ ਸਿੱਧੀ ਲਗਾ ਕੇ ਉੱਪਰ ਤੋਂ ਹੇਠਾਂ ਵੱਲ ਰੇਖਾ ਨੂੰ ਲਗਾਉਣਾ ਹੈ। ਤਾਂ ਸਾਡੇ ਕੋਲ ਤਿਆਰ ਹੋ ਗਿਆ ਹੈ ਯਈਆ। ਇਹ ਬੱਚਿਓ, ਇਸ ਅੱਖਰ ਬਾਰੇ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਯਈਏ ਦੋ ਅਗਲੇ ਪਾਸਿਓਂ ਹੇਠਾਂ ਨਹੀਂ ਜੋੜਨਾ। ਇਸ ਤੋਂ ਅੱਗੇ ਅਸੀਂ ਸਿੱਖਦੇ ਹਾਂ ਟੈਂਕਾ। ਬਿਲਕੁਲ ਸਿੱਧੀ ਰੇਖਾ। ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਉੱਪਰ ਵਾਲੀਆਂ ਰੇਖਾਵਾਂ ਹਰ ਅੱਖਰ ਦੀਆਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ। ਫਿਰ ਥੋੜੀ ਰੇਖਾ ਛੱਡਣ ਤੋਂ ਬਾਅਦ ਹੇਠਾਂ ਵੱਲ, ਤੇ ਇੱਥੋਂ ਗਲਾਈ ਦੇ ਕੇ ਇੱਥੇ ਪੈਨ ਨੂੰ ਰੋਕ ਲੈਣਾ ਹੈ। ਰੋਕਣ ਤੋਂ ਬਾਅਦ ਫਿਰ ਗਲਾਈ ਦਿੰਦੇ ਹੋਏ ਇਹ ਸਾਡੇ ਕੋਲ ਤਿਆਰ ਹੋ ਗਿਆ ਹੈ ਟੈਂਕਾ। ਇਸ ਤੋਂ ਅਗਲਾ ਅੱਖਰ ਸਿੱਖਦੇ ਹਾਂ ਈੜੀ। ਬਿਲਕੁਲ ਉਸੇ ਪ੍ਰਕਾਰ ਹੀ ਸਿੱਧੀ ਰੇਖਾ ਲਗਾਉਣ ਤੋਂ ਬਾਅਦ ਹੇਠਾਂ ਵੱਲ, ਇਸ ਤੋਂ ਬਾਅਦ ਗਲਾਈ ਦਿੰਦੇ ਹੋਏ ਇੱਥੇ ਰੁਕ ਜਾਣਾ ਹੈ। ਰੁਕਣ ਤੋਂ ਬਾਅਦ ਫਿਰ ਗਲਾਈ ਦੇਣੀ ਹੈ। ਤਾਂ ਅਸੀਂ ਇੱਥੋਂ ਥੋੜੀ ਜਿਹੀ ਗਲਾਈ ਦਿੰਦੇ ਹੋਏ ਇਸ ਨੂੰ ਮਿਲਾ ਦੇਣਾ ਹੈ। ਸਾਡੇ ਕੋਲ ਤਿਆਰ ਹੋ ਗਈ ਹੈ ਈੜੀ। ਹੁਣ ਸਮਾਂ ਹੋ ਗਿਆ ਹੈ ਘਰ ਦੇ ਕੰਮ ਦਾ। ਪਿਆਰੇ ਬੱਚਿਓ, ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦੇ ਪੰਨਾ ਨੰਬਰ 64 ਉੱਪਰ ਇਹ ਚਾਰੇ ਅੱਖਰ ਦਿੱਤੇ ਗਏ ਹਨ। ਤੁਸੀਂ ਇਹਨਾਂ ਦਾ ਪਾਠ ਪੁਸਤਕ ਉੱਪਰ ਅਭਿਆਸ ਕਰਨਾ ਹੈ। ਧੰਨਵਾਦ। आओ अज असी अगे वल गिनदे होए जोड़ करिए। 1 जमा 4 दा जोड़ पता करन लई पहले दिते अंक 1 तो छलांग शुरू करो। जिन्ने अंक जोड़ने होण उन्ने ही अगे वल छलांगा लगाओ। हुण सीधी गिनती करदे होए संख्यावां लिखो। 1 जमा 4 बराबर 5। आओ हुण पुट्ठी गिनती करदे होए घटाओ करिए। 5 घटा 1 पता करन लई पहला दिते अंक 5 तो छलांग शुरू करो। जिन्ने अंक घटाने होण उन्ने ही पिछे वल छलांगा लगाओ। हुण पुट्ठी गिनती करदे होए संख्यावां लिखो। 5 घटाओ 1 बराबर 4। Hello children. If you remember, in our previous class we have already done what comes after. Today we will do
what comes before? Here, before means one step backward. Look here. What comes before B? What comes before B? For this, we will chant A, B. So, A comes before B. And what comes before D? Let us chant A, B, C, D. Yes, C comes before D. Let's start. So, Ria, are you ready? Yes, ma'am. Great. So, you will read all the letters given in this exercise. F, I, B, L, D and H. Great. So, tell me, what comes before F? For this, we will chant A, B, C, D, E, F. So, what comes before F? Ma'am, E comes before F. Yes, E, F. Read it. E, F. Great. It is I. I. Now you will chant. A, B, C, D, E, F, G, H, I. Great. H, I. What will come before I? H, I. Well done. It is B. great. What will come before B? Ma'am, A. Yes, A, B. Well done. L. What will come before L? Chant, Ria. A, B, C, D, E, F, G, H, I, J, K, L. It was? K. Yes. Read it. K, L. Great. This one? D. Okay. What comes before D? Ma'am, C will come before D. Very good. It is very easy. C, D. Yes. Read it out. C, D. Great. And this is H. H. What comes before H? A, B, C, D, E, F, G, H. Well done, Ria. G, H. Great. Now read out all the letters. E, F, H, I, A, B, K, L, C, D, G, H. Well done, children. You all were great. So now it's time for your homework. And your homework is you will practice what comes before in your notebook. I'll meet you soon. Till then, keep learning. Bye-bye. ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਤੁਹਾਡਾ ਸਭ ਦਾ ਦੂਜੀ ਜਮਾਤ ਦੇ ਪੰਜਾਬੀ ਵਿਸ਼ੇ ਦੀ ਕਲਾਸ ਵਿੱਚ ਸਵਾਗਤ ਹੈ। ਪਿਆਰੇ ਬੱਚਿਓ ਅੱਜ ਆਪਾਂ ਬਿੰਦੀ ਲਗਾ ਅੱਖਰ ਬਾਰੇ ਪੜਾਂਗੇ। ਇਹ ਇੱਕ ਨਾਸਕੀ ਧੁਨੀ ਹੈ। ਅੱਜ ਆਪਾਂ ਕੁਝ ਸ਼ਬਦ ਬਿੰਦੀ ਵਾਲੇ ਅਤੇ ਕੁਝ ਸ਼ਬਦ ਬਿੰਦੀ ਤੋਂ ਬਿਨਾਂ ਲਵਾਂਗੇ ਅਤੇ ਇਹੀ ਵੇਖਾਂਗੇ ਕਿ ਬਿੰਦੀ ਲੱਗਣ ਨਾਲ ਸ਼ਬਦਾਂ ਦੇ ਉਚਾਰਨ ਅਤੇ ਅਰਥ ਵਿੱਚ ਕਿਵੇਂ ਅੰਤਰ ਆ ਜਾਂਦਾ ਹੈ। ਆਓ ਫਿਰ ਅੱਜ ਦਾ ਕੰਮ ਸ਼ੁਰੂ ਕਰੀਏ। ਹਾਂਜੀ ਬੇਟਾ ਸਕਰੀਨ ਉੱਪਰ ਵੇਖੋ ਸ਼ਬਦ ਕੀ ਲਿਖਿਆ ਹੋਇਆ ਹੈ ਗਾ। ਠੀਕ ਹੈ ਤੇ ਗਾ ਦਾ ਮਤਲਬ ਕੀ ਹੈ ਕੋਈ ਵੀ ਗੀਤ ਗਾਉਣਾ। ਠੀਕ ਅਗਲਾ ਸ਼ਬਦ ਕੀ ਹੈ ਗਾਂ। ਗਾਂ ਇੱਕ ਪਾਲਤੂ ਜਾਨਵਰ ਹੈ। ਗਾ ਅਤੇ ਗਾਂ ਵਿੱਚ ਸਿਰਫ ਫਰਕ ਕੀ ਹੈ ਦੋਨਾਂ ਦੇ ਵਿੱਚ ਬਿੰਦੀ ਦਾ ਪਰ ਬਿੰਦੀ ਲੱਗਣ ਨਾਲ ਹੀ ਦੋਨਾਂ ਦੇ ਉਚਾਰਨ ਅਤੇ ਅਰਥ ਵਿੱਚ ਅੰਤਰ ਆ ਗਿਆ। ਠੀਕ ਹੈ ਇੱਕ ਹੋਰ ਉਦਾਹਰਣ ਵੇਖੋ ਤਾਰਾ ਤਾਰਾ ਰਾਤ ਨੂੰ ਨਿਕਲਦੇ ਨੇ ਨਾ ਤਾਰੇ ਹੈ ਨਾ ਬੇਟਾ। ਹੁਣ ਰਾਰੇ ਨੂੰ ਜਿਹੜਾ ਕੰਨਾ ਲੱਗਿਆ ਹੈ ਉਸ ਦੇ ਉੱਪਰ ਆਪਾਂ ਬਿੰਦੀ ਲਗਾ ਦਿੰਦੇ ਹਾਂ ਫਿਰ ਵੇਖੋ ਕੀ ਬਣਦਾ ਹੈ ਤਾਰਾਂ ਤਾਰਾਂ ਜਿਵੇਂ ਕਿ ਬਿਜਲੀ ਦੀਆਂ ਤਾਰਾਂ। ਹੁਣ ਵੀ ਸਿਰਫ ਇੱਕ ਬਿੰਦੀ ਲੱਗਣ ਨਾਲ ਹੀ ਦੋਨਾਂ ਸ਼ਬਦਾਂ ਦੇ ਉਚਾਰਨ ਅਤੇ ਅਰਥ ਵਿੱਚ ਅੰਤਰ ਆ ਗਿਆ। ਆਓ ਆਪਾਂ ਬਿੰਦੀ ਵਾਲੇ ਕੁਝ ਹੋਰ ਸ਼ਬਦ ਪੜ੍ਹੀਏ।
ਹਾਂਜੀ, ਵੇਖੋ ਸਕਰੀਨ ਉੱਪਰ ਕੀ ਸ਼ਬਦ ਲਿਖਿਆ ਹੋਇਆ ਹੈ। ਸਭ ਤੋਂ ਪਹਿਲਾਂ ਮਾਂ, ਠੀਕ ਹੈ, ਪਿਆਰੀ ਪਿਆਰੀ ਮੇਰੀ ਮਾਂ, ਮਾਂ। ਹਾਂਜੀ, ਅੱਗੇ ਵੇਖੋ ਆਂਡੇ, ਆਂਡੇ, ठीक बेटा। अगला शब्द वेखो छां, दरख्तां तो मिलदी है ना आपां नूं छां। तीआं, किहड़े महीने विच लगदियां ने बेटा तीआं? सौण दे महीने विच, ठीक। अगे वेखो गेंद, गेंद। अगला शब्द झांजर, झांजर, कुड़ियां दा मनपसंद गहना झांजर। हाँ जी बेटा। अगे वेखो मीह, मीह। हाँ जी, अगे गियारां, गियारां। हाँ जी, अगला शब्द नींद, नींद। हाँ जी, अगे ਉਂਗਲ, ਉਂਗਲ। उम्मीद करदी हाँ तुहानू अज दा काम समझ लगा होवेगा। प्यारे बच्चों, हुण तुसीं अपनी पंजाबी दी पाठ पुस्तक दे पन्ना नंबर 27 उपर बिंदी लगा अखर वाले दिते गए शब्दां नू बार बार बोलना है अते उन्हां दे उचारण दा अभ्यास करना है। सत श्री अकाल प्यारे बच्चों, दूजी जमात के गणित विषय के बहु विकल्पिक प्रश्न करते हैं जिन्होंने MCQ कहते हैं। प्यारे बच्चों, बहु विकल्पिक प्रश्नों में एक सवाल के 4 उत्तर दिते होंगे हैं, जिन्हों विचों एक ठीक उत्तर ते सही का निशान लगाया जाता है। पहला सवाल करते हैं, इन्हां नोटां नूं मिला के किन्ने रुपए बनते हैं? तो प्यारे बच्चों, 10-10 रुपए के 4 नोट हैं, 1-1 रुपए के 5 नोट हैं। तो आप देखते हाँ 10-10 रुपए के 4 नोट मतलब 4 दहाइयाँ, तो इन्हां नाल 40 रुपए बन जाते हैं, 40 संख्या। तो 1-1 रुपए के 5 नोट हैं, 5 इकाइयां नाल 5 संख्या बनती है 5 रुपए। तो अपने कोले जो कुल संख्या बन जाती है 40-5 45। तो फिर अपना किहड़ा उत्तर सही है 45 रुपए नाल? जी हाँ, सस्सा उत्तर सही है, तो इस ते सही का निशान लगा देंगे हाँ। अगे सवाल नंबर 2 करते हैं प्यारे बच्चों, 32 विच दहाइयां इकाइयां अनुसार बंडल तीली दे सही उत्तर ते ठीक का निशान लगाओ। तो प्यारे बच्चों, एक बंडल विच 10 तीलियां हुंदियां हन जिसनूं दहाई कहा जाता है। इस विच 10 तीलियां हुंदियां हन अते एक तीली नूं इकाई कहा जाता है जिस नाल एक संख्या गिनी जाती है। तो प्यारे बच्चों, एक दहाई यानी कि 10 संख्या बराबर एक बंडल दे हुंदी है। 2 दहाइयां संख्या 20 बन जाती है, 2 बंडलों के बराबर हुंदियां हन। 3 दहाइयां नाल प्यारे बच्चों 30 संख्या बन जाती है अपने कोले अते 3 बंडल बन जाते हैं तीलियां दे। 30 दे विच एक इकाई जोड़ के 31 बन जाते हैं। तो इकाई लिए आप एक तीली ले लेंगे हाँ अते 30 2 32 नाल 2 इकाइयां 30 विच आ गईयां ते 2 तीलियां ले लेंगे हाँ। तो 32 संख्या लिए ये वाले 3 बंडल अते 2 तीलियां किहड़े उत्तर विच हन? जी हाँ, सस्से उत्तर विच हन। तो उसते सही का निशान लगा लेंगे हाँ। सवाल नंबर 3 करते हैं, खिडौना जहाज नीचे दिता होया है, इस दे मुल दे बराबर सही करंसी नोट दसने हैं। तो प्यारे बच्चों, खिडौने का मुल 43 रुपए है। तो 43 रुपए के करंसी नोट देखांगे। 43 विच 4 दहाइयां ते 3 इकाइयां हुंदियां हन। 4 दहाइयां विच यानी कि 4 10-10 के नोट आउंदे हन अते 3 इकाइयां नाल 3 1-1 रुपए के नोट आउंदे हन। तो ये नोट आप देखांगे किहड़े उत्तर विच हन? 4 10 दे ते 3 1 दे आड़े उत्तर विच हन। तो आड़े ते सही का निशान लगा लेंगे हाँ। 4 नंबर सवाल करते हाँ, मेरा साथी दसो। प्यारे बच्चों, कच्छू कुम्मे कोल 2 दहाइयां जोड़ 8 इकाइयां हन। तो आप देखांगे इन्हां नाल जो संख्या बनती है वो इसका साथी होवेगा।
2 ਦਹਾਈਆਂ ਨਾਲ ਸੰਖਿਆ 20 ਬਣ ਜਾਂਦੀ ਹੈ ਅਤੇ 8 ਇਕਾਈਆਂ ਨਾਲ ਸੰਖਿਆ 8 ਬਣਦੀ ਹੈ। ਤਾਂ ਆਪਣੇ ਕੋਲੇ ਸੰਖਿਆ ਬਣ ਜਾਂਦੀ ਹੈ 20 8 28। ਤਾਂ ਹੇਠਾਂ ਤੋਂ ਆਪਾਂ ਕੱਛੂ ਕੁੰਮਾ ਦੇਖਾਂਗੇ ਕਿਸ ਕੋਲ 28 ਹਨ। ਜੀ ਹਾਂ, ਆੜੇ ਕੱਛੂ ਕੁੰਮਾ ਕੋਲ 28 ਸੰਖਿਆ ਹੈ। ਤਾਂ ਆੜਾ ਉੱਤਰ ਸਹੀ ਹੈ। ਤਾਂ ਪਿਆਰੇ ਬੱਚਿਓ, ਇਹ ਸਾਰੇ ਸਵਾਲ ਤੁਸੀਂ ਕਾਪੀਆਂ ਤੇ ਹੱਲ ਕਰਨੇ ਹਨ। Hello kids. Today we will learn about vowel sound E. We will read some words with sound L. Let's start. Read with me. B-L. Bell. Bell. F-L. Fell. Fell. W-L. Well. Well. Sh-L. Shell. Shell. S-L. Cell. Cell. T-L. Tell. Tell. Let's read again. B-L. Bell. Bell. F-L. Fell. Fell. B-L. Well. Well. Sh-L. Shell. Shell. S-L. Cell. Cell. T-L. Tell. Tell. Kids, let's read once again. Bell. Fell. Well. Shell. Tell. Cell. It's time for homework. Kids, write down these words in your notebook. Keep learning. Thank you. जमात तीजी विषा पंजाबी। प्यारे विद्यार्थियों, ਤੁਹਾਡੀ ਤੀਜੀ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਦਾ ਪਾਠ ਨੰਬਰ 7 ਦਰਿਆ ਨੇ ਕਿਹਾ ਆਪਾਂ ਪੜ ਚੁੱਕੇ ਹਾਂ। ਅੱਜ ਆਪਾਂ ਇਸ ਪਾਠ ਦੇ ਪਾਠ ਅਭਿਆਸ ਵਿੱਚੋਂ ਪੰਨਾ ਨੰਬਰ 36 ਅਤੇ 37 ਉੱਪਰ ਦਰਜ ਪ੍ਰਸ਼ਨ ਉੱਤਰ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ। ਸਾਡਾ ਪਹਿਲਾ ਪ੍ਰਸ਼ਨ ਹੈ, ਬਿਰਖੂ ਕੀ ਕੰਮ ਕਰਦਾ ਸੀ? ਪਿਆਰੇ ਬੱਚਿਓ, ਤੁਸੀਂ ਕਹਾਣੀ ਵਿੱਚ ਵੀ ਪੜ੍ਹਿਆ ਹੈ ਕਿ ਬਿਰਖੂ ਇੱਕ ਲੱਕੜਹਾਰਾ ਸੀ। ਅੱਜ ਆਪਾਂ ਦੁਬਾਰਾ ਦੇਖਦੇ ਹਾਂ ਕਿ ਬਿਰਖੂ ਕੀ ਕੰਮ ਕਰਦਾ ਸੀ। ਬੇਟਾ ਤੁਸੀਂ ਦੇਖਿਆ ਹੈ ਕਿ ਬਿਰਖੂ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਹੈ। ਸੋ ਸਾਡਾ ਉੱਤਰ ਕੀ ਹੋਵੇਗਾ? ਸਾਡਾ ਉੱਤਰ ਹੋਵੇਗਾ ਬਿਰਖੂ ਲੱਕੜਾਂ ਕੱਟਣ ਦਾ ਕੰਮ ਕਰਦਾ ਸੀ। ਹਾਂਜੀ ਬੇਟਾ, ਸਾਡਾ ਦੂਜਾ ਪ੍ਰਸ਼ਨ ਹੈ, ਬਿਰਖੂ ਦੀ ਕੁਹਾੜੀ ਹੱਥੋਂ ਛੁੱਟ ਕੇ ਕਿੱਥੇ ਡਿੱਗ ਪਈ? ਪਿਆਰੇ ਬੱਚਿਓ, ਜਦੋਂ ਬਿਰਖੂ ਦਰਿਆ ਪਾਰ ਕਰ ਰਿਹਾ ਸੀ ਤਾਂ ਉਸ ਦੀ ਕੁਹਾੜੀ ਕਿੱਥੇ ਡਿੱਗ ਪਈ ਸੀ? ਆਓ ਦੇਖਦੇ ਹਾਂ। ਤੁਸੀਂ ਦੇਖਿਆ ਹੈ ਕਿ ਬਿਰਖੂ ਦੀ ਕੁਹਾੜੀ ਦਰਿਆ ਵਿੱਚ ਡਿੱਗ ਪਈ।
तो साडा उत्तर की होवेगा? बिरखू दी कुहाड़ी हथों छुट के दरिया विच डिग पई। साडा तीजा प्रश्न है, बिरखू ने दरिया नूं की बेनती कीती? हाँ जी बेटा, जदों बिरखू दी कुहाड़ी दरिया विच डिग पई सी तां उसने की बेनती कीती सी? आओ देखदे हां। दरिया दरिया मेरी कुहाड़ी मैनू मोड़ दे, मेरे कोल इन्ने पैसे नहीं कि मैं नवी कुहाड़ी ले सकां। हाँ जी बेटा, साडा उत्तर है बिरखू ने दरिया नूं बेनती कीती कि मेरी कुहाड़ी मैनू मोड़ दे, मेरे कोल इन्ने पैसे नहीं कि मैं नवी कुहाड़ी ले सकां। साडा अगला प्रश्न है, दरिया विच किहड़ियां-किहड़ियां कुहाड़ियां सन? हाँ जी बेटा, तुहानू पता है कि दरिया विच 3 कुहाड़ियां सन, तो साडा उत्तर की होवेगा? साडा उत्तर होवेगा दरिया विच सोने, चांदी अते लोहे दीयां 3 कुहाड़ियां सन। साडा अगला प्रश्न है, बिरखू दी सच्चाई अते ईमानदारी तो खुश होके दरिया ने उसनू की दिता? प्यारे बच्चों, साडा उत्तर है बिरखू दी सच्चाई ਅਤੇ ईमानदारी ਤੋਂ खुश होके दरिया ने उसनू सोने, चांदी ਅਤੇ लोहे ਦੀਆਂ 3 ਕੁਹਾੜੀਆਂ ਦੇ ਦਿੱਤੀਆਂ। ਸਾਡਾ ਆਖਰੀ ਪ੍ਰਸ਼ਨ ਹੈ, ਦਰਿਆ ਨੇ ਬਿਰਖੂ ਨੂੰ ਕੀ ਨਸੀਹਤ ਦਿੱਤੀ? ਆਓ ਸੁਣਦੇ ਹਾਂ। ਬਿਰਖੂ, ਤੂੰ ਲੱਕੜਾਂ ਕੱਟਣ ਦੇ ਨਾਲ ਨਾਲ ਰੁੱਖ ਵੀ ਲਾਇਆ ਕਰ, ਵੱਧ ਤੋਂ ਵੱਧ ਰੁੱਖ ਲਾਓ। ਸਾਡਾ ਉੱਤਰ ਹੈ, ਦਰਿਆ ਨੇ ਬਿਰਖੂ ਨੂੰ ਨਸੀਹਤ ਦਿੱਤੀ ਕਿ ਤੂੰ ਲੱਕੜਾਂ ਕੱਟਣ ਦੇ ਨਾਲ-ਨਾਲ ਨਵੇਂ ਰੁੱਖ ਵੀ ਲਾਇਆ ਕਰ। ਹਾਂਜੀ ਬੇਟਾ, ਹੁਣ ਤੁਹਾਡੇ ਘਰ ਦਾ ਕੰਮ, ਤੁਸੀਂ ਇਹਨਾਂ ਸਾਰੇ ਪ੍ਰਸ਼ਨਾਂ ਨੂੰ ਸੁੰਦਰ ਲਿਖਾਈ ਦੇ ਵਿੱਚ ਆਪਣੀ ਕਾਪੀ ਉੱਤੇ ਲਿਖਣਾ ਹੈ। ਧੰਨਵਾਦ। ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਬੱਚਿਓ, ਸੰਖਿਆ ਨੂੰ ਕਈ ਤਰੀਕਿਆਂ ਨਾਲ ਦਰਸਾਇਆ ਜਾ ਸਕਦਾ ਹੈ। ਆਓ ਅੱਜ ਆਪਾਂ ਇਸ ਬਾਰੇ ਸਿੱਖਦੇ ਹਾਂ। ਬੱਚਿਓ, ਆਓ ਦੇਖੀਏ ਅੱਜ ਮੇਰੇ ਕੋਲ ਕਿੰਨੇ ਰੁਪਏ ਹਨ। 100, 200, 210, 220, 230, 231, 232, 233, 234, 235, 236, 237, 237 ਰੁਪਏ। ਬੱਚਿਓ, ਆਓ ਦੇਖੀਏ ਅਸੀਂ 237 ਨੂੰ ਕਿਸ ਤਰ੍ਹਾਂ ਦਰਸਾ ਸਕਦੇ ਹਾਂ। 237 230 ਤੋਂ 7 ਵੱਧ, 230 ਅਤੇ 7 237। ਬੱਚਿਓ, ਆਓ ਦੇਖੀਏ 237 ਨੂੰ ਹੋਰ ਕਿਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ। 200 ਤੋਂ 37 ਵੱਧ, 200 ਅਤੇ 37, 237। ਆਓ ਬੱਚਿਓ 237 ਨੂੰ ਦਰਸਾਉਣ ਲਈ ਇੱਕ ਹੋਰ ਤਰੀਕਾ ਸਿੱਖੀਏ। 200, 10, 10, 10, 7, 200 ਅਤੇ 10, 210, 210 ਅਤੇ 10, 220, 220 ਅਤੇ 10, 230, 230 ਅਤੇ 7, 237। ਆਓ ਬੱਚਿਓ ਅੱਗੇ ਦੇਖੀਏ 237 ਨੂੰ ਹੋਰ ਕਿਸ ਤਰੀਕੇ ਦਰਸਾਇਆ ਜਾ ਸਕਦਾ ਹੈ। 100, 100, 10, 10, 10, 7, 100 ਅਤੇ 100, 200, 200 ਅਤੇ 10, 210, 210 ਅਤੇ 10, 220, 220 ਅਤੇ 10, 230, 230 ਅਤੇ 7, 237। ਬੱਚਿਓ, ਤੁਸੀਂ ਇਹ ਪਹਿਲਾਂ ਹੀ ਜਾਣਦੇ ਹੋ ਕਿ ਇਕਾਈ ਦੇ ਸਥਾਨ ਲਈ 1 ਰੁਪਏ ਦੇ ਨੋਟ ਵਰਤੇ ਜਾਂਦੇ ਹਨ। ਦਹਾਈ ਦੇ ਸਥਾਨ ਲਈ 10 ਰੁਪਏ ਦੇ ਨੋਟ ਵਰਤੇ ਜਾਂਦੇ ਹਨ ਅਤੇ ਸੈਂਕੜੇ ਦੇ ਸਥਾਨ ਦੇ ਲਈ 100 ਰੁਪਏ ਦੇ ਨੋਟ ਵਰਤੇ ਜਾਂਦੇ ਹਨ। ਆਓ ਗਿਣੀਏ ਇਕਾਈ ਦੇ ਸਥਾਨ ਦੇ ਉੱਪਰ 1 ਰੁਪਏ ਦੇ ਕਿੰਨੇ ਨੋਟ ਹਨ। 1,
2 3 4 5 6 7 7 ਨੋਟ। ਇਸ ਲਈ ਇਕਾਈ ਦੇ ਸਥਾਨ ਦਾ ਅੰਕ ਹੈ 7। ਆਓ ਗਿਣੀਏ 10 ਰੁਪਏ ਦੇ ਕਿੰਨੇ ਨੋਟ ਹਨ। 1 2 3 10 ਰੁਪਏ ਦੇ 3 ਨੋਟ। ਇਸ ਲਈ ਦਹਾਈ ਦੇ ਸਥਾਨ ਦਾ ਅੰਕ ਹੈ 3। ਆਓ ਹੁਣ ਆਪਾਂ ਗਿਣੀਏ ਕਿ ਸੈਂਕੜੇ ਦੇ ਸਥਾਨ ਦੇ ਉੱਪਰ 100 ਰੁਪਏ ਦੇ ਕਿੰਨੇ ਨੋਟ ਹਨ। 1 2 100 ਰੁਪਏ ਦੇ 2 ਨੋਟ। ਇਸ ਲਈ ਸੈਂਕੜੇ ਦੇ ਸਥਾਨ ਦਾ ਅੰਕ ਹੈ 2। ਬੱਚਿਓ, ਇਸ ਤਰ੍ਹਾਂ ਸੰਖਿਆ 237 ਦੇ ਵਿੱਚ 7 ਇਕਾਈਆਂ, 3 ਦਹਾਈਆਂ ਅਤੇ 2 ਸੈਂਕੜੇ ਹਨ। ਅਸੀਂ ਸੰਖਿਆ 237 ਨੂੰ ਇਸ ਤਰ੍ਹਾਂ ਵੀ ਦਰਸਾ ਸਕਦੇ ਹਾਂ। 237 ਬਰਾਬਰ 2 ਸੈਂਕੜੇ ਜਮਾ 3 ਦਹਾਈਆਂ ਜਮਾ 7 ਇਕਾਈਆਂ। ਬੱਚਿਓ, ਇਸ ਤਰ੍ਹਾਂ ਤੁਸੀਂ ਅੱਜ ਕਰੰਸੀ ਨੋਟਾਂ ਨਾਲ 237 ਨੂੰ ਵੱਖ-ਵੱਖ ਤਰੀਕਿਆਂ ਨਾਲ ਦਰਸਾਉਣਾ ਸਿੱਖਿਆ ਹੈ। 237 ਬਰਾਬਰ 2 ਸੈਂਕੜੇ ਜਮਾ 3 ਦਹਾਈਆਂ ਜਮਾ 7 ਇਕਾਈਆਂ। 230 ਤੋਂ 7 ਵੱਧ 230 ਜਮਾ 7 ਬਰਾਬਰ 237। 200 ਤੋਂ 37 ਵੱਧ 200 ਜਮਾ 37 ਬਰਾਬਰ 237। 200 ਜਮਾ 10 ਜਮਾ 10 ਜਮਾ 10 ਜਮਾ 7 ਬਰਾਬਰ 237। 100 ਜਮਾ 100 ਜਮਾ 10 ਜਮਾ 10 ਜਮਾ 10 ਜਮਾ 7 ਬਰਾਬਰ 237। ਬੱਚਿਓ, ਹੁਣ ਤੁਸੀਂ ਘਰ ਵਿੱਚ ਆਪਣੇ ਵੱਲੋਂ ਬਣਾਏ ਕਾਗਜ਼ ਦੀ ਕਰੰਸੀ ਨਾਲ ਵੱਖ-ਵੱਖ ਸੰਖਿਆਵਾਂ ਨੂੰ ਬਣਾਉਂਦੇ ਹੋਏ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਦਰਸਾਉਣਾ ਸਿੱਖਣਾ ਹੈ। ਧੰਨਵਾਦ। Children, today we are going to discuss next 6 words of lesson number 3, trees. Let's start. Our next word is words. W-O-R-D-S. Words. Words means a group of letters that express a particular meaning when spoken or written. For example, here we have some letters. When we join these letters, it becomes a word if it has a meaning. For example, D-O-G, dog. We join these letters and it becomes a word. We have another example like G-R-A-P-E-S, grapes. Okay, when we join letters it becomes a word. Okay, next word is beams. B-E-A-M-S, beams. Beams means lines of light. For example, see this picture. These are the lines of light emitting from the torch. These lines of light are called beams. These are the beams. Okay? Next word is morning. M-O-R-N, morn. I-N-G, ing, morning. Morning means the time when the sun rises. The sun rises. Here the picture is showing a beautiful morning scene. Next word is evening. E-V-E-N, even.
I-N-G, ing. Evening. Evening means the time before the sun sets. The time before the sun sets. Here the picture is showing a evening time. Okay? Next word is hold. H-O-L-D, hold. Hold. Hold means to keep something in hand. For example, I am holding a pen in my hand. Or look at the picture. The boy is holding a balloon in his hand. Okay? Next word is touch. T-O-U-C-H. Touch. Touch means to put our fingers or hand on something, like I am touching this paper, or I am touching this box. Another example is I am touching this book. Touching box, touching books. Not touch, touch. Okay, so touch means put our fingers or hand on something. Okay, children, now let's revise these words again. Words: beans, morning, evening, hold, touch. That's all for today. Students, now it's time for homework. You have learned all these words. Now you have to write all these words in your notebook. Keep learning. Thank you. ਪਿਆਰੇ ਬੱਚਿਓ, ਤੁਸੀਂ ਪਾਠ 7 ਜੰਤੂ ਇੱਕ ਜਾਣ ਪਹਿਚਾਣ ਵਿੱਚ ਵੱਖ-ਵੱਖ ਜਾਨਵਰਾਂ ਬਾਰੇ ਪੜ੍ਹਿਆ, ਉਹਨਾਂ ਦੇ ਭੋਜਨ ਬਾਰੇ ਪੜ੍ਹਿਆ ਕਿ ਕਿਹੜਾ ਜਾਨਵਰ ਕੀ ਖਾਂਦਾ ਹੈ। ਤੁਸੀਂ ਇਸ ਪਾਠ ਵਿੱਚੋਂ ਪੜ੍ਹਿਆ ਬੇਟਾ, ਅੱਜ ਆਪਾਂ ਉਸ ਦੀ ਦੁਹਰਾਈ ਕਰਾਂਗੇ। ਪਿਆਰੇ ਬੱਚਿਓ, ਜਿਵੇਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਹਾਂ, ਉਸੇ ਤਰ੍ਹਾਂ ਜਾਨਵਰ ਵੀ ਜਾਂਦੇ ਹਨ। ਕੁਝ ਜਾਨਵਰ ਤੈਰਦੇ ਹਨ, ਕੁਝ ਉੱਡਦੇ ਹਨ, ਕੁਝ ਰੀਂਗਦੇ ਹਨ। ਤਸਵੀਰਾਂ ਵਿੱਚ ਤੁਸੀਂ ਵੇਖ ਰਹੇ ਹੋ ਬੇਟਾ, ਸਮੁੰਦਰੀ ਕੱਛੂ ਕੁੰਮਾ, ਮੱਛੀ, ਦਰਿਆਈ ਘੋੜਾ, ਸੀਲ, ਬੱਤਖ, ਆਕਟੋਪਸ। ਇਹ ਜਾਨਵਰ ਬੇਟਾ ਪਾਣੀ ਵਿੱਚ ਰਹਿੰਦੇ ਨੇ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਤੈਰ ਕੇ ਜਾਂਦੇ ਹਨ। ਹਾਂਜੀ, ਅੱਗੇ ਬੇਟਾ ਉੱਡਣ ਵਾਲੇ ਪੰਛੀ। ਤਸਵੀਰਾਂ ਵਿੱਚ ਵੇਖੋ, ਇੱਲ, ਚਿੜੀ, ਤੋਤਾ, ਘੁੱਗੀ। ਇਹ ਪੰਛੀ ਬੇਟਾ ਭੋਜਨ ਦੀ ਤਲਾਸ਼ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਉੱਡ ਕੇ ਜਾਂਦੇ ਹਨ। ਹਾਂਜੀ, ਰੀਂਗਣ ਵਾਲੇ ਜਾਨਵਰ। ਤਸਵੀਰਾਂ ਵਿੱਚ ਦੇਖੋ ਕਿਹੜੇ ਰੀਂਗਣ ਵਾਲੇ ਜਾਨਵਰ ਨੇ। ਸੱਪ, ਗਿਰਗਿਟ, ਕਿਰਲੀ, ਕੱਛੂ। ਹਾਂਜੀ, ਇਹ ਬੱਚਿਓ ਧਰਤੀ ਉੱਪਰ ਰੀਂਗ ਕੇ ਚੱਲਦੇ ਹਨ। ਹੁਣ ਆਪਾਂ ਜੋ ਪੜ੍ਹਿਆ ਇਸ ਦੀ ਦੁਹਰਾਈ ਆਪਾਂ ਖਾਲੀ ਥਾਵਾਂ ਦੁਆਰਾ ਕਰਦੇ ਹਾਂ। ਹਾਂਜੀ, ਪਹਿਲਾ ਬੇਟੇ ਸੱਪ। ਸੱਪ ਇੱਕ ਥਾਂ ਤੋਂ ਦੂਜੀ ਥਾਂ ਤੇ ਕਿਵੇਂ ਜਾਂਦਾ ਹੈ? ਹਾਂਜੀ, ਸੱਪ ਰੀਂਗਦਾ ਹੈ। ਸ਼ਾਬਾਸ਼। ਨੰਬਰ 2, ਮੱਛੀ। ਮੱਛੀ ਇੱਕ ਥਾਂ ਤੋਂ ਦੂਜੀ ਥਾਂ ਤੇ ਕਿਵੇਂ ਜਾਂਦੀ ਹੈ ਬੇਟਾ? ਆਪਣੀ ਸਕਰੀਨ ਤੇ ਦੇਖੋ। ਹਾਂਜੀ, ਮੱਛੀ ਤੈਰਦੀ ਹੈ। ਬਿਲਕੁਲ ਠੀਕ। ਨੰਬਰ 3, ਤੋਤਾ। ਹਾਂਜੀ, ਤੋਤਾ ਕਿਵੇਂ ਜਾਂਦਾ ਬੇਟਾ ਇੱਕ ਥਾਂ ਤੋਂ ਦੂਸਰੀ ਥਾਂ ਤੇ? ਸ਼ਾਬਾਸ਼, ਤੋਤਾ ਉੱਡਦਾ ਹੈ। ਨੰਬਰ 4, ਗਾਂ। ਗਾਂ ਕਿਵੇਂ ਜਾਂਦੀ ਹੈ ਬੇਟੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ? ਹਾਂਜੀ, ਦੇਖ ਰਹੇ ਹੋ ਤੁਸੀਂ, ਗਾਂ ਤੁਰਦੀ ਹੈ। ਨੰਬਰ 5, ਤਿਤਲੀ। ਤਿਤਲੀ ਇੱਕ ਫੁੱਲ ਤੋਂ ਦੂਸਰੇ ਫੁੱਲ ਤੱਕ ਕਿਵੇਂ ਜਾਂਦੀ ਹੈ ਬੱਚਿਓ? ਹਾਂਜੀ, ਤਿਤਲੀ ਉੱਡਦੀ ਹੈ। ਨੰਬਰ 6, ਮੱਛਰ। ਮੱਛਰ ਕਿਵੇਂ ਜਾਂਦਾ ਬੇਟਾ ਇੱਕ ਥਾਂ ਤੋਂ ਦੂਸਰੀ ਥਾਂ ਤੇ? ਸ਼ਾਬਾਸ਼, ਮੱਛਰ ਉੱਡਦਾ ਹੈ। ਹਾਂਜੀ ਬੱਚਿਓ, ਹੁਣ ਆਪਾਂ ਕਰਾਂਗੇ ਯਾਦ ਰੱਖਣ ਯੋਗ ਗੱਲਾਂ। ਨੰਬਰ 1 ਹੈ, ਵੱਖ-ਵੱਖ ਜਾਨਵਰ ਵੱਖ-ਵੱਖ ਭੋਜਨ ਖਾਂਦੇ ਹਨ। ਜਿਵੇਂ ਤੋਤਾ ਮਿਰਚ ਖਾਂਦਾ ਹੈ ਅਤੇ ਬਿੱਲੀ ਦੁੱਧ ਪੀਂਦੀ ਹੈ। ਹਾਂਜੀ, ਤਸਵੀਰਾਂ ਵਿੱਚ ਤੁਸੀਂ ਵੇਖ ਰਹੇ ਹੋ ਬੇਟੇ, ਗਾਂ ਘਾਹ ਖਾਂਦੀ ਹੈ, ਇੱਲ
ਜਾਨਵਰਾਂ ਦਾ ਮਾंस ਖਾਂਦੀ ਹੈ ਤੇ ਤੋਤੇ ਦਾ ਮਨਪਸੰਦ ਭੋਜਨ ਮਿਰਚ ਹੈ। ਬਿੱਲੀ ਤੇ ਕੁੱਤਾ ਦੁੱਧ ਪੀਂਦੇ ਹਨ ਤੇ ਮੁਰਗੀ ਦਾਣੇ ਖਾਂਦੀ ਹੈ। ਨੰਬਰ 2, ਸ਼ਹਿਦ ਦੀ ਮੱਖੀ, ਮੱਛਰ, ਭਰਿੰਡ ਆਦਿ ਡੰਗ ਮਾਰਦੇ ਹਨ। ਹਾਂਜੀ, ਅੱਗੇ ਹੈ ਨੰਬਰ 3, ਕਈ ਪੰਛੀ ਉੱਡ ਨਹੀਂ ਸਕਦੇ। ਹਾਂਜੀ ਬੇਟਾ, ਤੁਸੀਂ ਅਸਮਾਨ ਵਿੱਚ ਪੰਛੀਆਂ ਨੂੰ ਉੱਡਦੇ ਹੋਏ ਦੇਖਿਆ ਹੋਵੇਗਾ, ਪਰ ਤੁਹਾਨੂੰ ਪਤਾ ਹੈ ਕਈ ਪੰਛੀ ਅਜਿਹੇ ਹੁੰਦੇ ਆ ਜੋ ਉੱਡ ਨਹੀਂ ਸਕਦੇ, ਜਿਵੇਂ ਕਿ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਸ਼ੁਤਰਮੁਰਗ, ਪੈਂਗੁਇਨ, ਈਮੂ। ਇਹ ਉਹ ਪੰਛੀ ਹੈ ਬੇਟੇ ਜੋ ਉੱਡਦੇ ਨਹੀਂ। ਹੁਣ ਆ ਬੱਚੇ ਤੁਹਾਡੇ ਘਰ ਦਾ ਕੰਮ, ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਨੋਟ ਕਰਨਾ ਆਪਣੀ ਕਾਪੀ ਦੇ ਵਿੱਚ ਤੇ ਇਹਨਾਂ ਦੇ ਉੱਤਰ ਸੁੰਦਰ ਤੇ ਸਾਫ਼ ਲਿਖਾਈ ਦੇ ਵਿੱਚ ਲਿਖਣੇ ਨੇ ਤੇ ਯਾਦ ਕਰਨੇ ਆ। ਹਾਂਜੀ, ਨੋਟ ਕਰੋ। ਪ੍ਰਸ਼ਨ 1, 2 ਉੱਡਣ ਵਾਲੇ ਪੰਛੀਆਂ ਦੇ ਨਾਂ ਲਿਖੋ। ਪ੍ਰਸ਼ਨ ਨੰਬਰ 2, ਤੋਤੇ ਦਾ ਮਨਪਸੰਦ ਭੋਜਨ ਕਿਹੜਾ ਹੈ? ਪ੍ਰਸ਼ਨ ਨੰਬਰ 3, 2 ਰੀਂਗਣ ਵਾਲੇ ਜਾਨਵਰਾਂ ਦੇ ਨਾਂ ਲਿਖੋ। ਨਾਨੀ ਦੇ ਘਰ ਜਾਵਾਂਗੇ, ਲੱਡੂ ਪੇੜੇ ਖਾਵਾਂਗੇ, ਮੋਟੇ ਹੋ ਕੇ ਆਵਾਂਗੇ। ਬਿਲਕੁਲ ਸਹੀ ਸਮਝੇ ਜੀ। ਸਭ ਤੋਂ ਪਹਿਲਾਂ ਤਾਂ ਆਨਲਾਈਨ ਜਮਾਤ ਵਿੱਚ ਬੈਠੇ ਸਾਰੇ ਬੱਚਿਆਂ ਦਾ ਬਹੁਤ-ਬਹੁਤ ਸਵਾਗਤ। ਪਿਆਰੇ ਬੱਚਿਓ, ਅੱਜ ਆਪਾਂ ਚੌਥੀ ਜਮਾਤ ਦਾ ਪੰਜਾਬੀ ਵਿਸ਼ੇ ਦਾ 7ਵਾਂ ਪਾਠ ਨਾਨੀ ਦੀ ਸਿੱਖਿਆ, ਜਿਹੜੀ ਕਿ ਅਵਤਾਰ ਸਿੰਘ ਬਿਲਿੰਗ ਜੀ ਦੀ ਲਿਖੀ ਹੋਈ ਬਹੁਤ ਹੀ ਸੋਹਣੀ ਕਹਾਣੀ ਹੈ, ਉਸ ਦੇ ਪਾਠ ਅਭਿਆਸ ਦਾ 5ਵਾਂ ਪ੍ਰਸ਼ਨ ਕਰਾਂਗੇ। ਪਿਆਰੇ ਬੱਚਿਓ, ਪੰਨਾ ਨੰਬਰ 41 ਤੇ ਦਰਜ ਪਾਠ ਅਭਿਆਸ ਦਾ 5ਵਾਂ ਪ੍ਰਸ਼ਨ ਵੇਖੋ। ਇਸ ਪਾਠ ਵਿੱਚ ਹੇਠ ਲਿਖੇ ਸ਼ਬਦ ਆਏ ਹਨ, ਇਹਨਾਂ ਨੂੰ ਸਮਝੋ। ਤਾਂ ਪਿਆਰੇ ਬੱਚਿਓ, ਇਹਨਾਂ ਸ਼ਬਦਾਂ ਨੂੰ ਜੇਕਰ ਆਪਾਂ ਸਮਝਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤਿਆ ਗਿਆ ਹੈ। ਤੇ ਆਓ ਆਪਾਂ ਸਾਰੇ ਸ਼ਬਦਾਂ ਨੂੰ ਇੱਕ ਇੱਕ ਕਰਕੇ ਕਰਦੇ ਹਾਂ। ਪਿਆਰੇ ਬੱਚਿਓ, ਨਾਨਕੇ ਘਰ ਨਾਲ ਸਾਡਾ ਬਹੁਤ ਅਟੁੱਟ ਤੇ ਅਨਿੱਖੜਵਾਂ ਰਿਸ਼ਤਾ ਹੁੰਦਾ ਹੈ। ਜਦੋਂ ਉੱਥੇ ਜਾਣਾ ਹੁੰਦਾ ਹੈ ਤਾਂ ਮਨ ਆਪ ਮੁਹਾਰੇ ਹੀ ਖੁਸ਼ੀਆਂ ਨਾਲ ਭਰ ਜਾਂਦਾ ਹੈ। ਬੱਚਿਓ, ਨਾਨਕੇ ਘਰ ਵਿੱਚ ਸਾਡੀ ਇੰਤਜ਼ਾਰ ਵੀ ਹੋ ਰਹੀ ਹੁੰਦੀ ਹੈ। ਕੌਣ-ਕੌਣ ਕਰ ਰਿਹਾ ਹੁੰਦਾ ਹੈ ਇੰਤਜ਼ਾਰ? ਨਾਨਾ, ਨਾਨੀ, ਮਾਮਾ, ਮਾਮੀ, ਮਾਸੀ, ਉਹਨਾਂ ਦੇ ਬੱਚੇ, ਇਹ ਸਭ ਇੰਤਜ਼ਾਰ ਕਰਦੇ ਨੇ। ਭਾਵ ਕਿ ਸਾਡੇ ਮਾਤਾ ਜੀ ਦੇ ਪਰਿਵਾਰ ਦੇ ਸਾਰੇ ਮੈਂਬਰ ਸਾਡਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਤੇ ਉਸ ਨੂੰ ਹੀ ਅਸੀਂ ਮਾਂ ਦਾ ਪੇਕਾ ਪਰਿਵਾਰ ਕਹਿੰਦੇ ਹਾਂ। ਪੇਕਾ ਭਾਵ ਕਿ ਪਿਤਾ ਜੀ ਦਾ ਘਰ, ਮਾਂ ਦੇ ਪਿਤਾ ਜੀ ਦਾ ਘਰ। ਤਾਂ ਇਸ ਨੂੰ ਆਪਣੀ ਕਾਪੀ ਵਿੱਚ ਲਿਖ ਲਓ ਬੱਚਿਓ। ਨਾਨਕੇ, ਮਾਂ ਦੇ ਪੇਕੇ ਘਰ ਨੂੰ ਨਾਨਕੇ ਕਹਿੰਦੇ ਹਨ। ਵੇਖੋ ਬੱਚਿਓ, ਭਾਵੇਂ ਨਾਨਾ ਜੀ ਬਹੁਤ ਬਜ਼ੁਰਗ ਹਨ, ਫਿਰ ਵੀ ਉਹਨਾਂ ਨੇ ਆਪਣੇ ਧੀ ਦੇ ਪੁੱਤਰ ਨੂੰ ਮੋਢਿਆਂ ਤੇ ਚੁੱਕਿਆ ਹੋਇਆ ਹੈ ਤੇ ਉਹ ਬਹੁਤ ਖੁਸ਼ ਨਜ਼ਰ ਆ ਰਹੇ ਨੇ। ਤਾਂ ਧੀ ਦੇ ਪੁੱਤਰ ਨੂੰ ਦੋਤਾ ਕਹਿੰਦੇ ਨੇ। ਆਪਣੇ ਦੋਤੇ ਨੂੰ ਮੋਢਿਆਂ ਤੇ ਚੁੱਕ ਕੇ ਨਾਨਾ ਜੀ ਬਹੁਤ ਖੁਸ਼ ਨਜ਼ਰ ਆ ਰਹੇ ਨੇ। ਦੋਤਾ ਦਾ ਕੀ ਭਾਵ ਹੋਇਆ ਬੱਚਿਓ? ਧੀ ਦੇ ਪੁੱਤਰ ਨੂੰ ਦੋਤਾ ਕਹਿੰਦੇ ਹਨ। ਲਿਖੋ ਤੁਸੀਂ, ਦੋਹਤਾ। ਧੀ ਦੇ ਪੁੱਤਰ ਨੂੰ ਦੋਹਤਾ ਕਹਿੰਦੇ ਹਨ। ਬੱਚਿਓ, ਜੰਗਲ ਕੁਦਰਤ ਦੀ ਦਿੱਤੀ ਹੋਈ ਸਾਨੂੰ ਇੱਕ ਅਨਮੋਲ ਦਾਤ ਹੈ। ਇਹ ਸਾਨੂੰ ਲੱਕੜੀ, ਫਰਨੀਚਰ, ਭੋਜਨ, ਦਵਾਈਆਂ ਤੇ ਹੋਰ ਬਹੁਤ ਸਾਰੀਆਂ ਵੱਡਮੁੱਲੀਆਂ ਵਸਤੂਆਂ ਦਿੰਦੇ ਹਨ। ਇਹਨਾਂ ਵਿੱਚ ਪਸ਼ੂ ਪੰਛੀ ਵੀ ਨਿਵਾਸ ਕਰਦੇ ਹਨ। ਤਾਂ ਜੰਗਲਾਂ ਦੇ ਬੱਚਿਓ ਆਪਾਂ ਨੂੰ ਬਹੁਤ ਲਾਭ ਹਨ। ਬੱਚਿਓ, ਜੰਗਲ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਦੇ ਹਨ, ਬੀੜ। ਬੀੜ ਤੋਂ ਭਾਵ ਹੈ ਜੰਗਲ। ਤਾਂ ਲਿਖ ਲਓ, ਬੀੜ, ਜੰਗਲ। ਬੱਚਿਓ, ਸਾਡਾ ਅਗਲਾ ਸ਼ਬਦ ਹੈ ਮੜੀਆਂ। ਤਾਂ ਦਾਹ ਸੰਸਕਾਰ ਲਈ ਬਣਾਈ ਗਈ ਥਾਂ ਨੂੰ ਮੜੀਆਂ ਕਹਿੰਦੇ ਹਨ। ਲਿਖ ਲਓ ਬੱਚਿਓ, ਮੜੀਆਂ, ਦਾਹ ਸੰਸਕਾਰ ਕਰਨ ਲਈ ਬਣਾਈ ਥਾਂ। ਤੇ ਆਓ ਬੱਚਿਓ, ਇੱਕ ਵਾਰ ਫਿਰ ਤੋਂ ਪੰਨਾ ਨੰਬਰ 41 ਤੇ ਨਜ਼ਰ ਮਾਰੀਏ ਤੇ ਇਹਨਾਂ ਸਾਰੇ ਦੱਸੇ ਹੋਏ ਸ਼ਬਦਾਂ ਦੀ ਦੁਹਰਾਈ ਕਰੀਏ।
ਕਿਹੜੇ-ਕਿਹੜੇ ਸ਼ਬਦ ਕੀਤੇ ਆਪਾਂ? ਨਾਨਕੇ। ਮਾਂ ਦੇ ਪੇਕੇ ਘਰ ਨੂੰ ਨਾਨਕੇ ਕਹਿੰਦੇ ਹਨ। ਦੋਹਤਾ, ਧੀ ਦੇ ਪੁੱਤਰ ਨੂੰ ਦੋਹਤਾ ਕਹਿੰਦੇ ਹਨ। ਬੀੜ, ਜੰਗਲ। ਮੜੀਆਂ, ਦਾ ਸੰਸਕਾਰ ਕਰਨ ਲਈ ਬਣਾਈ ਥਾਂ। ਵੇਲਾ ਹੋ ਗਿਆ ਹੈ ਜੀ ਘਰ ਦੇ ਕੰਮ ਦੇਣ ਦਾ। ਪਿਆਰੇ ਬੱਚਿਓ, ਇਹਨਾਂ ਸਾਰੇ ਸ਼ਬਦਾਂ ਨੂੰ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਲਿਆ ਹੈ ਤੇ ਹੁਣ ਤੁਸੀਂ ਇਹਨਾਂ ਸਾਰੇ ਸ਼ਬਦਾਂ ਨੂੰ ਆਪਣੀ ਕਾਪੀ ਦੇ ਉੱਪਰ ਬਹੁਤ ਹੀ ਸੁੰਦਰ ਲਿਖਾਈ ਦੇ ਵਿੱਚ ਲਿਖਣਾ ਹੈ। ਫੇਰ ਮਿਲਾਂਗੇ। ਧੰਨਵਾਦ। ਹਾਂਜੀ ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਚੌਥੀ ਸ਼੍ਰੇਣੀ ਦੀ ਗਣਿਤ ਦੀ ਦੁਨੀਆ ਦੇ ਅਭਿਆਸ 2.3 ਦੇ ਸਵਾਲ ਨੰਬਰ 3, 5 ਅਤੇ 6 ਕਰਦੇ ਹਾਂ। 3 ਨੰਬਰ ਹੈ, ਕਰਨ ਕੋਲ 9080 ਰੁਪਏ ਸਨ। ਉਸ ਨੇ 3705 ਦੇ ਕੱਪੜੇ ਖਰੀਦ ਲਏ। ਉਸ ਕੋਲ ਕਿੰਨੀ ਰਕਮ ਬਾਕੀ ਰਹਿ ਗਈ? ਤਾਂ ਪਿਆਰੇ ਬੱਚਿਓ, ਕਰਨ ਕੋਲ ਰੁਪਏ ਹਨ 9080 ਰੁਪਏ। ਉਸ ਨੇ ਕੱਪੜੇ ਖਰੀਦ ਲਏ 3705 ਰੁਪਏ ਦੇ। ਤਾਂ ਆਪਾਂ ਪਤਾ ਕਰਨਾ ਹੈ ਉਸ ਕੋਲ ਬਾਕੀ ਰਹਿ ਗਈ ਰਕਮ। ਤਾਂ ਪਿਆਰੇ ਬੱਚਿਓ, ਉਸ ਕੋਲ 9080 ਰੁਪਏ ਸਨ ਤੇ ਉਸਨੇ 3705 ਦੇ ਕੱਪੜੇ ਖਰੀਦ ਲਏ, ਯਾਨੀ ਕਿ ਖਰਚ ਦਿੱਤੇ। ਤਾਂ ਆਪਾਂ ਉਹ ਰੁਪਏ ਘਟਾ ਦੇਵਾਂਗੇ 9080 ਵਿੱਚੋਂ। ਆਪਾਂ ਇਹਨਾਂ ਨੂੰ ਕਰੰਸੀ ਨੋਟ ਲੈਂਦੇ ਹਾਂ 9080 ਦੇ। ਹਾਂਜੀ, ਹੁਣ ਉਸਨੇ ਪਹਿਲਾਂ 5 ਰੁਪਏ ਦੁਕਾਨਦਾਰ ਨੂੰ ਦੇਣੇ ਹਨ। ਤਾਂ ਉਸ ਕੋਲ 1-1 ਰੁਪਏ ਦੇ ਕੋਈ ਨੋਟ ਨਹੀਂ ਹੈ। ਇਸ ਲਈ ਇੱਕ 10 ਰੁਪਏ ਦੇ ਨੋਟ ਦੇ ਬਦਲੇ 10 1-1 ਰੁਪਏ ਦੇ ਨੋਟ ਲੈ ਲਏਗਾ, ਕਿਉਂਕਿ 1 ਦਹਾਈ ਬਰਾਬਰ 10 ਇਕਾਈਆਂ ਹੁੰਦੀਆਂ ਹਨ। ਤਾਂ ਹੁਣ ਇਕਾਈਆਂ ਦੀ ਗਿਣਤੀ 10 ਹੋ ਗਈ ਹੈ ਤੇ ਦਹਾਈਆਂ 7 ਰਹਿ ਗਈਆਂ ਨੇ। ਤਾਂ ਹੁਣ ਉਹ 5 ਰੁਪਏ ਦੇ ਦੇਵੇਗਾ। ਤਾਂ ਉਸ ਕੋਲ 5 ਰੁਪਏ ਰਹਿ ਜਾਂਦੇ ਹਨ, ਯਾਨੀ ਕਿ 5 ਇਕਾਈਆਂ। ਅਤੇ 10-10 ਰੁਪਏ ਦੇ ਨੋਟਾਂ ਦੀ ਗਿਣਤੀ ਉਸ ਕੋਲ 7 ਹੈ, ਮਤਲਬ 7 ਦਹਾਈਆਂ। ਹੁਣ ਪਿਆਰੇ ਬੱਚਿਓ, 700 ਰੁਪਇਆ ਦੇਣਾ ਹੈ ਤਾਂ ਉਸ ਕੋਲ ਕੋਈ ਸੈਂਕੜਾ ਨਹੀਂ ਹੈ। ਇਸ ਲਈ 1000 ਰੁਪਏ ਦੇ ਨੋਟ ਦੇ ਬਦਲੇ 100 ਰੁਪਏ ਦੇ 10 ਨੋਟ ਲੈ ਲਵੇਗਾ, ਯਾਨੀ ਕਿ 1000 ਬਰਾਬਰ 10 ਸੈਂਕੜੇ ਦੇ ਹੁੰਦਾ ਹੈ। ਤਾਂ ਸੈਂਕੜਿਆਂ ਦੀ ਗਿਣਤੀ 10 ਹੋ ਜਾਂਦੀ ਹੈ ਤੇ 1000 8 ਰਹਿ ਜਾਂਦੇ ਹਨ। ਤਾਂ ਹੁਣ 10 ਵਿੱਚੋਂ 700 ਉਹ ਦੇ ਦੇਵੇਗਾ, ਤਾਂ 300 ਰਹਿ ਜਾਂਦਾ ਹੈ ਬਰਾਬਰ 3 ਸੈਂਕੜੇ। ਅਤੇ 1000 ਪਿਆਰੇ ਬੱਚਿਓ 8 ਵਿੱਚੋਂ 3000 ਦੇ ਦੇਵੇਗਾ ਅਤੇ ਉਸ ਕੋਲ 5000 ਰਹਿ ਜਾਣਗੇ। ਤਾਂ ਆਪਾਂ 5 ਲਿਖ ਲੈਂਦੇ ਹਾਂ। ਤਾਂ ਉਸ ਕੋਲ ਹੈਗੀ ਬਾਕੀ ਰਕਮ ਹੈ 5375 ਰੁਪਏ। ਅੱਗੇ ਪਿਆਰੇ ਬੱਚਿਓ, ਸਵਾਲ ਨੰਬਰ 5, ਦੋ ਸੰਖਿਆਵਾਂ ਦਾ ਜੋੜ 9030 ਹੈ। ਜੇਕਰ ਇੱਕ ਸੰਖਿਆ 2141 ਹੋਵੇ ਤਾਂ ਦੂਜੀ ਸੰਖਿਆ ਪਤਾ ਕਰੋ। ਤਾਂ ਪਿਆਰੇ ਬੱਚਿਓ, ਦੋ ਸੰਖਿਆਵਾਂ ਦਾ ਜੋੜ ਹੈ ਜੋ ਉਹ 9030 ਹੈ। ਇੱਕ ਸੰਖਿਆ 2141 ਹੈ। ਤਾਂ ਆਪਾਂ ਦੂਸਰੀ ਸੰਖਿਆ ਪਤਾ ਕਰਨੀ ਹੈ। ਤਾਂ ਪਿਆਰੇ ਬੱਚਿਓ, ਉਹ ਸੰਖਿਆ ਜਦੋਂ ਪਤਾ ਕਰਾਂਗੇ ਤਾਂ ਉਹ ਜੋੜ ਵਿੱਚੋਂ ਪਹਿਲੀ ਸੰਖਿਆ ਨੂੰ ਘਟਾ ਦੇਵਾਂਗੇ। ਜੋ ਜੋੜ ਹੈ 9030 ਹੈ, 9000 ਅਤੇ 30। ਤਾਂ ਆਪਾਂ ਸੰਖਿਆ ਘਟਾਉਣੀ ਆ, ਉਸ ਵਿੱਚ ਇਕਾਈਆਂ ਵੀ ਹਨ, ਦਹਾਈਆਂ ਵੀ ਹਨ ਅਤੇ ਸੈਂਕੜੇ ਵੀ ਹਨ। ਤਾਂ ਇਕਾਈਆਂ ਆਪਣੇ ਕੋਲ ਨਹੀਂ ਹਨ, ਇਸ ਲਈ 10 ਰੁਪਏ ਦੇ ਇੱਕ ਨੋਟ ਦੇ ਬਦਲੇ 1-1 ਰੁਪਏ ਦੇ 10 ਨੋਟ ਲੈ ਲੈਂਦੇ ਆ, ਯਾਨੀ ਕਿ 1 ਦਹਾਈ ਬਰਾਬਰ 10 ਇਕਾਈਆਂ। ਤੇ ਇਕਾਈਆਂ ਦੀ ਗਿਣਤੀ ਆਪਣੇ ਕੋਲੇ 10 ਹੋ ਗਈ ਤੇ ਦਹਾਈਆਂ ਆਪਣੇ ਕੋਲੇ 2 ਰਹਿ ਜਾਂਦੀਆਂ ਹਨ। ਤਾਂ ਹੁਣ ਘਟਾ ਲੈਂਦੇ ਆ, 10 ਵਿੱਚੋਂ 1 ਇਕਾਈ ਘਟਾਈ ਤਾਂ 9 ਇਕਾਈਆਂ ਰਹਿ ਜਾਂਦੀਆਂ ਹਨ। 9 ਲਿਖ ਲੈਂਦੇ ਹਾਂ। ਇਸੇ ਤਰ੍ਹਾਂ ਦਹਾਈਆਂ 2 ਹਨ, ਪਰ ਆਪਾਂ 4 ਘਟਾਉਣੀਆਂ ਹਨ। ਤਾਂ ਆਪਾਂ ਸੈਂਕੜਿਆਂ ਵੱਲ ਜਾਵਾਂਗੇ, ਸੈਂਕੜਾ ਕੋਈ ਨਹੀਂ ਹੈ ਤਾਂ ਫਿਰ ਆਪਾਂ 1000 ਵੱਲ ਦੇਖਦੇ ਹਾਂ। ਤਾਂ 1000 ਦੇ ਬਦਲੇ 10 ਸੈਂਕੜੇ ਲੈ ਲੈਂਦੇ ਹਾਂ। ਤਾਂ ਸੈਂਕੜਿਆਂ ਦੀ ਗਿਣਤੀ ਆਪਣੇ ਕੋਲੇ 10 ਹੋ ਜਾਂਦੀ ਹੈ ਅਤੇ 1000 ਇੱਕ ਘਟ ਕੇ 8 ਰਹਿ ਜਾਂਦੇ ਹਨ। ਤਾਂ ਪਿਆਰੇ ਬੱਚਿਓ,
ਹੁਣ ਇੱਕ ਸੈਂਕੜੇ ਦੇ ਬਦਲੇ 10 ਦਹਾਈਆਂ ਲੈ ਲੈਂਦੇ ਹਾਂ ਤਾਂ ਦਹਾਈਆਂ ਦੀ ਗਿਣਤੀ ਆਪਣੇ ਕੋਲੇ 12 ਹੋ ਜਾਂਦੀ ਹੈ ਤੇ ਸੈਂਕੜੇ ਇੱਕ ਘਟ ਕੇ 9 ਰਹਿ ਜਾਂਦੇ ਹਨ। ਤਾਂ ਹੁਣ ਆਪਾਂ ਦਹਾਈਆਂ ਘਟਾਉਣੀਆਂ ਹਨ। 12 ਵਿੱਚੋਂ 4 ਦਹਾਈਆਂ ਘਟਾ ਲੈਂਦੇ ਹਾਂ ਤਾਂ ਆਪਣੇ ਕੋਲ 8 ਦਹਾਈਆਂ ਰਹਿ ਜਾਂਦੀਆਂ ਹਨ। ਇਸੇ ਤਰ੍ਹਾਂ ਸੈਂਕੜੇ ਘਟਾਉਂਦੇ ਹਾਂ। 9 ਵਿੱਚੋਂ 1 ਸੈਂਕੜਾ ਘਟਾ ਦਿੱਤਾ ਤਾਂ 8 ਸੈਂਕੜੇ ਰਹਿ ਜਾਂਦੇ ਹਨ। ਇਸੇ ਤਰ੍ਹਾਂ ਪਿਆਰੇ ਬੱਚਿਓ 1000 ਆਪਣੇ ਕੋਲ 8 ਹਨ ਤੇ 8 ਵਿੱਚੋਂ 2000 ਘਟਾ ਲੈਂਦੇ ਹਾਂ ਤਾਂ 6000 ਰਹਿ ਜਾਂਦੇ ਹਨ। ਤਾਂ ਦੂਜੀ ਸੰਖਿਆ ਆਪਣੇ ਕੋਲ ਹੈ 6899। ਸਵਾਲ ਨੰਬਰ 6 ਕਰਦੇ ਹਾਂ। ਸੰਖਿਆ 7569 ਵਿੱਚ ਕੀ ਜੋੜੀਏ ਕਿ ਜੋੜਫਲ 9000 ਪ੍ਰਾਪਤ ਹੋ ਜਾਵੇ। ਦੋਨੇ ਸੰਖਿਆਵਾਂ ਦਾ ਜਿਹੜਾ ਜੋੜਫਲ ਹੈ ਜੋੜ ਹੈ ਉਹ 9000 ਹੈ ਅਤੇ ਇੱਕ ਸੰਖਿਆ ਪਹਿਲਾਂ ਦਿੱਤੀ ਹੋਈ ਹੈ 7569। ਤਾਂ ਪਿਆਰੇ ਬੱਚਿਓ ਆਪਾਂ ਕੀ ਜੋੜੀਏ ਯਾਨੀ ਕਿ ਦੂਜੀ ਸੰਖਿਆ ਪਤਾ ਕਰਨੀ ਹੈ ਤਾਂ ਜੋੜਫਲ ਚੋਂ ਉਹ ਪਹਿਲੀ ਸੰਖਿਆ ਘਟਾ ਲੈਂਦੇ ਹਾਂ। ਤਾਂ ਜੋੜਫਲ ਆਪਣੇ ਕੋਲੇ ਹੈ 9000। ਤਾਂ ਆਪਾਂ ਇਹਦੇ ਵਿੱਚੋਂ ਇਕਾਈਆਂ ਘਟਾਉਣੀਆਂ ਹਨ, ਦਹਾਈਆਂ ਘਟਾਉਣੀਆਂ ਹਨ ਅਤੇ ਸੈਂਕੜੇ। ਤਾਂ ਆਪਣੇ ਕੋਲ ਕੁਝ ਨਹੀਂ ਹੈ ਤਾਂ ਆਪਾਂ 1000 ਦੇ ਬਦਲੇ 10 ਸੈਂਕੜੇ ਲੈ ਲੈਂਦੇ ਹਾਂ। ਤਾਂ ਆਪਣੇ ਕੋਲ ਸੈਂਕੜਿਆਂ ਦੀ ਗਿਣਤੀ 10 ਹੋ ਜਾਂਦੀ ਹੈ ਤੇ 1000 8 ਰਹਿ ਜਾਂਦੇ ਹਨ। ਇਸੇ ਤਰ੍ਹਾਂ ਪਿਆਰੇ ਬੱਚਿਓ 1 ਸੈਂਕੜਾ ਬਰਾਬਰ 10 ਦਹਾਈਆਂ ਦੇ ਹੁੰਦਾ ਹੈ। ਤਾਂ 1 ਸੈਂਕੜੇ ਦੇ ਬਦਲੇ ਆਪਾਂ 10 ਦਹਾਈਆਂ ਲੈ ਲੈਂਦੇ ਹਾਂ ਤਾਂ ਦਹਾਈਆਂ ਆਪਣੇ ਕੋਲੇ 10 ਹੋ ਜਾਂਦੀਆਂ ਹਨ ਅਤੇ ਸੈਂਕੜੇ 9 ਰਹਿ ਜਾਂਦੇ ਹਨ। ਇਸੇ ਤਰ੍ਹਾਂ ਪਿਆਰੇ ਬੱਚਿਓ 1 ਦਹਾਈ ਬਰਾਬਰ 10 ਇਕਾਈਆਂ ਦੀ ਹੁੰਦੀ ਹੈ ਅਤੇ 1 ਦਹਾਈ ਦੇ ਬਦਲੇ ਆਪਾਂ 10 ਇਕਾਈਆਂ ਲੈ ਲੈਂਦੇ ਹਾਂ। ਇਕਾਈਆਂ ਦੀ ਗਿਣਤੀ ਹੁਣ ਆਪਣੇ ਕੋਲੇ ਵੱਧ ਕੇ 10 ਹੋ ਗਈ ਅਤੇ ਦਹਾਈਆਂ 9 ਰਹਿ ਜਾਂਦੀਆਂ ਹਨ। ਤਾਂ ਹੁਣ ਆਪਾਂ ਘਟਾ ਲੈਂਦੇ ਹਾਂ। 10 ਇਕਾਈਆਂ ਵਿੱਚੋਂ 9 ਇਕਾਈਆਂ ਘਟਾਉਂਦੇ ਹਾਂ ਤਾਂ ਆਪਣੇ ਕੋਲ 1 ਇਕਾਈ ਰਹਿ ਜਾਂਦੀ ਹੈ। 1 ਲਿਖ ਲੈਂਦੇ ਹਾਂ। ਇਸੇ ਤਰ੍ਹਾਂ ਦਹਾਈਆਂ 9 ਹਨ, ਉਹਦੇ ਵਿੱਚੋਂ ਆਪਾਂ 6 ਦਹਾਈਆਂ ਘਟਾ ਲੈਣੀਆਂ ਤਾਂ ਆਪਣੇ ਕੋਲ ਜੋ ਬਾਕੀ 3 ਦਹਾਈਆਂ ਰਹਿ ਜਾਂਦੀਆਂ ਹਨ। 3 ਲਿਖ ਲੈਂਦੇ ਹਾਂ ਅਤੇ 9 ਸੈਂਕੜੇ ਹਨ, ਉਹਦੇ ਵਿੱਚੋਂ 5 ਸੈਂਕੜੇ ਘਟਾਉਣੇ ਹਨ ਤਾਂ ਆਪਣੇ ਕੋਲ 4 ਸੈਂਕੜੇ ਰਹਿ ਜਾਂਦੇ ਹਨ। ਤਾਂ ਆਪਾਂ 4 ਲਿਖ ਲੈਂਦੇ ਹਾਂ। 1000 ਆਪਣੇ ਕੋਲੇ 8 ਹਨ, 7000 ਘਟਾ ਲੈਂਦੇ ਹਾਂ ਤਾਂ ਆਪਣੇ ਕੋਲ 1000 ਰਹਿ ਜਾਂਦਾ ਹੈ। 1 ਲਗਾ ਲੈਂਦੇ ਹਾਂ। ਤਾਂ ਦੂਜੀ ਸੰਖਿਆ ਆਪਣੇ ਕੋਲ ਜੋ ਕੀ ਜੋੜੀਏ ਯਾਨੀ ਕਿ ਦੂਸਰੀ ਸੰਖਿਆ ਜੋੜੀਏ 1431 ਹੈ। ਤਾਂ ਪਿਆਰੇ ਬੱਚਿਓ ਇਹ ਸਾਰਾ ਕੰਮ ਤੁਸੀਂ ਕਰਵਾਏ ਸਵਾਲ ਕਾਪੀਆਂ ਤੇ ਕਰਨੇ ਹਨ। Hello students, today we will discuss some singular and plural nouns. Okay, let's start. Students, look here. I have one box with me. Okay, and when I have 2 boxes, what will we write? Can we write it like this? Boxes? No students, it's wrong. We cannot write like this, okay? Box, boxes, okay? We have to use ES, okay? Box, one box and boxes, right? Our next word is potato. Yes, 1 in number, potato. And for more than 1 potato, we will write potatoes. ES, potato, potatoes. Students, here you can see watch. 1 in number, watch. And for more than 1 watch, we will write
watches. Watch, watches. Our next word is tomato. Tomato, 1 in number, okay? And for more than one tomato, we will write tomatoes. Potato, potatoes. Watch, watches. Tomato, tomatoes. Students, the nouns which end with word X, CH and O, for such nouns we write ES at the end of the word. Okay. Here you can see chili. Okay. And for more than one chili, we will write chilies. ES. Okay. Our next word is butterfly. Butterfly. Okay. And for more than one butterfly, we will write butterflies. In place of Y, we will write IES. Butterfly, butterflies. Okay. Next, you can see a man. One man. Okay. And for more than one man, yes, what will we write? Can we write like this? Man's or ES? No, this is wrong. Students, we have to write E in place of A. Men. Okay? Man, men. Man, men. Similarly, students, for a woman, we will write woman. Man, men. Woman, woman. Look here, you can see a child, one child, okay? And for more than one child, we will write children. Child, children, okay? Students, the nouns which end with I and Y, for such nouns we write IES at the end of the word. Okay? I hope you have understood it. Now students, it's time for your homework. And your homework is to write plural for these words. Okay? Your words are fox, branch, story, orange. Thank you. See you soon. ਪਿਆਰੇ ਬੱਚਿਓ, ਤੁਸੀਂ ਆਪਣੀ ਚੌਥੀ ਜਮਾਤ ਦੀ ਵਾਤਾਵਰਣ ਸਿੱਖਿਆ ਦੀ ਕਿਤਾਬ ਵਿੱਚੋਂ 7ਵਾਂ ਪਾਠ ਪੌਦਿਆਂ ਦੀਆਂ ਜੜ੍ਹਾਂ ਤਾਂ ਪੜ੍ਹ ਹੀ ਚੁੱਕੇ ਹੋ। ਆਓ ਇਸ ਪਾਠ ਵਿੱਚੋਂ ਕੁਝ ਯਾਦ ਰੱਖਣ ਯੋਗ ਗੱਲਾਂ ਬਾਰੇ ਸਮਝੀਏ। ਨੰਬਰ 1, ਜੜ ਕਿਸੇ ਵੀ ਪੌਦੇ ਦਾ ਖਾਸ ਅੰਗ ਹੁੰਦੀ ਹੈ। ਹਾਂਜੀ ਬੱਚਿਓ, ਪੌਦਿਆਂ ਦੇ ਅੰਗਾਂ ਬਾਰੇ ਤਾਂ ਤੁਸੀਂ ਪਹਿਲਾਂ ਹੀ ਜਾਣ ਚੁੱਕੇ ਹੋ। ਪੌਦੇ ਦਾ ਸਭ ਤੋਂ ਮਹੱਤਵਪੂਰਨ ਅੰਗ ਜੜ ਹੁੰਦੀ ਹੈ। ਜੜ ਤੋਂ ਬਿਨਾਂ ਕਿਸੇ ਪੌਦੇ ਦੀ ਹੋਂਦ ਬਾਰੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਨੰਬਰ 2, ਜੜਾਂ ਪੌਦਿਆਂ ਅਤੇ ਮਨੁੱਖਾਂ ਸਾਰਿਆਂ ਲਈ ਲਾਭਕਾਰੀ ਹਨ। ਬੱਚਿਓ, ਤੁਸੀਂ ਸੋਚ ਰਹੇ ਹੋਵੋਗੇ ਕਿ ਜੜਾਂ ਪੌਦਿਆਂ ਲਈ ਤਾਂ ਫਾਇਦੇਮੰਦ ਹਨ ਹੀ, ਪਰ ਮਨੁੱਖਾਂ ਲਈ ਜੜਾਂ ਦਾ ਕੀ ਲਾਭ ਹੋ ਸਕਦਾ ਹੈ? ਹਾਂਜੀ ਬੱਚਿਓ, ਕਈ ਪੌਦਿਆਂ ਦੀਆਂ ਜੜਾਂ ਤੋਂ ਦਵਾਈਆਂ ਬਣਦੀਆਂ ਹਨ ਅਤੇ ਕਈ ਪੌਦਿਆਂ ਦੀਆਂ ਜੜਾਂ ਮਨੁੱਖਾਂ ਦੇ ਖਾਣ ਦੇ ਕੰਮ ਆਉਂਦੀਆਂ ਹਨ।
ਇਸ ਲਈ ਜੜ੍ਹਾਂ ਪੌਦਿਆਂ ਦੇ ਨਾਲ-ਨਾਲ ਮਨੁੱਖਾਂ ਲਈ ਵੀ ਫਾਇਦੇਮੰਦ ਹਨ। ਨੰਬਰ 3, ਜੜ੍ਹਾਂ ਧਰਤੀ ਵਿੱਚੋਂ ਪਾਣੀ ਚੂਸਦੀਆਂ ਹਨ। ਬੱਚਿਓ, ਪੌਦਿਆਂ ਨੂੰ ਵਧਣ ਲਈ ਪਾਣੀ ਦੀ ਲੋੜ ਹੁੰਦੀ ਹੈ। ਪੌਦਿਆਂ ਦੀਆਂ ਜੜ੍ਹਾਂ ਧਰਤੀ ਵਿੱਚੋਂ ਪਾਣੀ ਚੂਸ ਕੇ ਪੌਦੇ ਦੇ ਵਧਣ ਫੁੱਲਣ ਵਿੱਚ ਸਹਾਇਤਾ ਕਰਦੀਆਂ ਹਨ। ਛੋਟੇ ਪੌਦਿਆਂ ਦੀਆਂ ਜੜ੍ਹਾਂ ਜ਼ਿਆਦਾ ਡੂੰਘੀਆਂ ਨਹੀਂ ਹੁੰਦੀਆਂ, ਇਸ ਲਈ ਛੋਟੇ ਪੌਦਿਆਂ ਨੂੰ ਹਰ ਰੋਜ਼ ਪਾਣੀ ਦੇਣਾ ਚਾਹੀਦਾ ਹੈ। ਪਰ ਵੱਡੇ ਦਰਖਤਾਂ ਜਿਵੇਂ ਅੰਬ ਦੇ ਦਰਖਤ ਦੀਆਂ ਜੜ੍ਹਾਂ ਧਰਤੀ ਵਿੱਚ ਬਹੁਤ ਡੂੰਘੀਆਂ ਹੁੰਦੀਆਂ ਹਨ, ਜੋ ਕਾਫੀ ਡੂੰਘਾਈ ਤੋਂ ਪਾਣੀ ਚੂਸ ਲੈਂਦੀਆਂ ਹਨ। ਨੰਬਰ 4, ਜੜ੍ਹਾਂ ਪੌਦੇ ਨੂੰ ਮਿੱਟੀ ਵਿੱਚ ਜਕੜੀ ਰੱਖਦੀਆਂ ਹਨ। ਬੱਚਿਓ, ਜਿਵੇਂ ਅਸੀਂ ਆਪਣੇ ਪੈਰਾਂ ਦੀ ਮਦਦ ਨਾਲ ਖੜੇ ਰਹਿੰਦੇ ਹਾਂ, ਬਿਲਕੁਲ ਇਸੇ ਤਰ੍ਹਾਂ ਹੀ ਪੌਦੇ ਦੀ ਜੜ ਉਸ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰਦੀ ਹੈ ਅਤੇ ਪੌਦੇ ਨੂੰ ਮਿੱਟੀ ਵਿੱਚ ਜਕੜ ਕੇ ਰੱਖਦੀ ਹੈ, ਜਿਸ ਕਾਰਨ ਪੌਦਾ ਧਰਤੀ ਦੇ ਉੱਪਰ ਸਿੱਧਾ ਖੜਾ ਰਹਿੰਦਾ ਹੈ। ਇਸ ਚੀਜ਼ ਦਾ ਫਾਇਦਾ ਸਿਰਫ ਪੌਦੇ ਨੂੰ ਹੀ ਨਹੀਂ, ਸਗੋਂ ਮਿੱਟੀ ਨੂੰ ਵੀ ਹੁੰਦਾ ਹੈ, ਕਿਉਂਕਿ ਜੜ੍ਹਾਂ ਮਿੱਟੀ ਨੂੰ ਖੁਰਨ ਤੋਂ ਬਚਾਉਂਦੀਆਂ ਹਨ। ਨੰਬਰ 5, ਸ਼ਤਾਵਰੀ, ਸ਼ਕਰਕੰਦੀ, ਕਚਾਲੂ, ਗਾਜਰ, ਮੂਲੀ ਆਦਿ ਖਾਣਯੋਗ ਜੜ੍ਹਾਂ ਹਨ। ਬੱਚਿਓ, ਤੁਸੀਂ ਇਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਖਾਧੀਆਂ ਹੋਣਗੀਆਂ। ਤੁਹਾਨੂੰ ਪਤਾ ਹੈ ਕਿ ਗਾਜਰ, ਕਚਾਲੂ, ਸ਼ਕਰਕੰਦੀ, ਮੂਲੀ ਅਤੇ ਸ਼ਤਾਵਰੀ ਵੱਖ-ਵੱਖ ਪੌਦਿਆਂ ਦੀਆਂ ਜੜ੍ਹਾਂ ਹਨ, ਜਿਨ੍ਹਾਂ ਨੂੰ ਅਸੀਂ ਸਭ ਖਾਂਦੇ ਹਾਂ ਅਤੇ ਇਹ ਸਾਰੀਆਂ ਜੜ੍ਹਾਂ ਸਾਡੀ ਸਿਹਤ ਲਈ ਬਹੁਤ ਹੀ ਮਹੱਤਵਪੂਰਨ ਹਨ। ਸੋ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਜੜ੍ਹਾਂ ਬਾਰੇ ਇਹ ਯਾਦ ਰੱਖਣ ਯੋਗ ਗੱਲਾਂ ਸਮਝ ਆ ਗਈਆਂ ਹੋਣਗੀਆਂ ਤੇ ਹੁਣ ਤੁਸੀਂ ਇਹਨਾਂ ਗੱਲਾਂ ਨੂੰ ਬੜੀ ਆਸਾਨੀ ਨਾਲ ਯਾਦ ਕਰ ਸਕਦੇ ਹੋ। ਸੋ ਬੱਚਿਓ, ਹੁਣ ਤੁਸੀਂ ਆਪਣੇ ਘਰ ਦੇ ਕੰਮ ਵਿੱਚ ਪ੍ਰਸ਼ਨ ਨੰਬਰ 3 ਮੂਸਲ ਜੜ ਦਾ ਚਿੱਤਰ ਬਣਾਓ ਕਰਨਾ ਹੈ। ਇਸ ਲਈ ਤੁਸੀਂ ਆਪਣੀ ਕਿਤਾਬ ਵਿੱਚੋਂ ਪੰਨਾ ਨੰਬਰ 41 ਤੇ ਦਿੱਤੇ ਹੋਏ ਮੂਸਲ ਜੜ ਦੇ ਚਿੱਤਰ ਦੀ ਮਦਦ ਲੈ ਸਕਦੇ ਹੋ। ਪਿਆਰੇ ਬੱਚਿਓ, ਜ਼ਿੰਦਗੀ ਦਾ ਸਵਾਗਤ ਕਰਦੇ ਹੋਏ ਅੱਜ ਅਸੀਂ ਕੁਝ ਗੱਲਾਂ ਬਾਤਾਂ ਕਰਾਂਗੇ ਪਰਿਵਾਰ ਬਾਰੇ। ਬੱਚਿਓ, ਪਰਿਵਾਰ ਚਾਹੇ ਹੋਵੇ ਛੋਟਾ ਤੇ ਚਾਹੇ ਹੋਵੇ ਵੱਡਾ, ਅਥਾਹ ਪਿਆਰ ਦਾ ਸਮੁੰਦਰ ਹੁੰਦਾ ਹੈ। ਸਾਡੇ ਪਰਿਵਾਰ ਦਾ ਪਿਆਰ ਅਤੇ ਰਿਸ਼ਤਿਆਂ ਵਿੱਚ ਨਿੱਘ ਇਸੇ ਤਰ੍ਹਾਂ ਬਣੇ ਰਹਿਣ, ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ 5 ਮਹੱਤਵਪੂਰਨ ਗੱਲਾਂ ਜੋ ਕਿ ਤੁਹਾਨੂੰ ਆਗਿਆਕਾਰ ਬਣਾਉਣਗੀਆਂ। ਸਭ ਤੋਂ ਪਹਿਲੀ ਗੱਲ ਜੋ ਤੁਸੀਂ ਧਿਆਨ ਵਿੱਚ ਰੱਖਣੀ ਹੈ, ਬਹਿਸ ਨਹੀਂ ਕਰਨੀ। ਜਦੋਂ ਵੀ ਤੁਹਾਡੇ ਮਾਪਿਆਂ ਵੱਲੋਂ ਤੁਹਾਨੂੰ ਕਿਸੇ ਕੰਮ ਤੋਂ ਰੋਕਿਆ ਜਾਂਦਾ ਹੈ ਤਾਂ ਉਸ ਦਾ ਬੁਰਾ ਨਹੀਂ ਮਨਾਉਣਾ, ਜਵਾਬ ਦੇ ਰੂਪ ਵਿੱਚ ਉਹਨਾਂ ਨਾਲ ਬਹਿਸ ਨਹੀਂ ਕਰਨੀ। ਪਤਾ ਕਿਉਂ? ਕਿਉਂਕਿ ਉਹ ਹਮੇਸ਼ਾ ਸਾਡੀ ਖੁਸ਼ੀ ਅਤੇ ਸਾਡਾ ਭਲਾ ਚਾਹੁੰਦੇ ਹਨ। ਤੇ ਦੂਸਰੀ ਗੱਲ ਜੋ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ, ਹਰ ਕੰਮ ਮਨ ਲਾ ਕੇ ਕਰਨਾ ਹੈ। ਆਪਣੇ ਕੰਮ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰਤਾ ਨਾਲ ਮਗਨ ਹੋ ਕੇ ਕਰੋ, ਕਿਉਂਕਿ ਇਸ ਤਰੀਕੇ ਨਾਲ ਕੀਤੇ ਕੰਮਾਂ ਦੇ ਨਤੀਜੇ ਹਮੇਸ਼ਾ ਵਧੀਆ ਆਉਂਦੇ ਹਨ। ਤੇ ਅਗਲੀ ਗੱਲ ਕਿਹੜੀ ਹੈ, ਉਹ ਵੀ ਸੁਣੋ। ਉਹ ਹੈ ਗਲਤੀ ਲਈ ਮਾਫੀ ਮੰਗਣਾ। ਬੱਚਿਓ, ਤੁਹਾਡੇ ਮਾਤਾ ਪਿਤਾ ਤੁਹਾਨੂੰ ਬਹੁਤ ਸਾਰਾ ਪਿਆਰ ਕਰਦੇ ਹਨ ਤੇ ਜੇਕਰ ਜਾਣੇ ਅਣਜਾਣੇ ਵਿੱਚ ਤੁਹਾਡੇ ਤੋਂ ਗਲਤੀ ਹੋ ਵੀ ਜਾਂਦੀ ਹੈ ਤਾਂ ਉਸ ਨੂੰ ਮਾਤਾ ਪਿਤਾ ਤੋਂ ਛੁਪਾਉਣਾ ਨਹੀਂ, ਨਾ ਹੀ ਝੂਠ ਬੋਲਣਾ ਹੈ। ਆਪਣੀ ਗਲਤੀ ਆਪਣੇ ਮਾਤਾ ਪਿਤਾ ਨਾਲ ਸਾਂਝੀ ਕਰੋ ਅਤੇ ਨਾਲ ਹੀ ਨਾਲ ਮਾਫੀ ਮੰਗਦੇ ਹੋਏ ਵਚਨ ਦਿਓ ਕਿ ਭਵਿੱਖ ਵਿੱਚ ਤੁਸੀਂ ਅਜਿਹੀ ਗਲਤੀ ਨਹੀਂ ਦੁਹਰਾਓਗੇ। ਅਗਲਾ ਕੰਮ ਤੁਸੀਂ ਕਰਨਾ ਹੈ, ਵੱਡਿਆਂ ਦਾ ਸਤਿਕਾਰ ਕਰੋ। ਆਪਣੇ ਤੋਂ ਵੱਡਿਆਂ ਦਾ ਆਦਰ ਸਨਮਾਨ ਕਰੋ, ਚਾਹੇ ਉਹ ਤੁਹਾਡੇ ਪਰਿਵਾਰਿਕ ਮੈਂਬਰ ਹਨ ਤੇ ਚਾਹੇ ਨਹੀਂ ਹਨ। ਸਭ ਨੂੰ ਬਣਦਾ ਆਦਰ ਮਾਣ ਦਿਓ। ਜੀ ਕਹੋ, ਅੱਛਾ ਜੀ ਕਹੋ, ਕਿਉਂਕਿ ਇਹ ਤੁਹਾਡੇ ਸ਼ਿਸ਼ਟਾਚਾਰ ਅਤੇ ਸਿਆਣਪ ਦੀ ਨਿਸ਼ਾਨੀ ਹੈ। ਪੰਜਵੀਂ ਤੇ ਆਖਰੀ ਮਹੱਤਵਪੂਰਨ ਗੱਲ ਹੈ, ਹਰ ਗੱਲ ਧਿਆਨ ਨਾਲ ਸੁਣੋ। ਵੱਡਿਆਂ ਵੱਲੋਂ, ਬਜ਼ੁਰਗਾਂ ਵੱਲੋਂ ਦੱਸੀਆਂ ਜਾਣ ਵਾਲੀਆਂ ਗੱਲਾਂ ਨੂੰ ਧਿਆਨ ਨਾਲ ਸੁਣੋ, ਕਿਉਂਕਿ ਉਹਨਾਂ ਦੇ ਤਜਰਬਿਆਂ ਵਿੱਚੋਂ ਮਿਲਿਆ ਹੋਇਆ ਗਿਆਨ ਭਵਿੱਖ ਵਿੱਚ
ਤੁਹਾਡੇ ਰਾਹਾਂ ਨੂੰ ਰੁਸ਼ਨਾਉਂਦਾ ਹੈ। ਭਾਵੇਂ ਅੱਜ ਹਾਂ ਬਾਲ ਨਿਆਣੇ, ਪੜ੍ਹ ਲਿਖ ਬਣਨਾ ਅਸੀਂ ਬਹੁਤ ਸਿਆਣੇ। ਵੱਡਿਆਂ ਦਾ ਕਰੀਏ ਸਤਿਕਾਰ, ਸਭ ਦੇ ਬਣੀਏ ਆਗਿਆਕਾਰ। ਜੀ ਅਸੀਂ ਸਭ ਦੇ ਬਣੀਏ ਆਗਿਆਕਾਰ। ਬੱਚਿਓ, ਤੁਹਾਡੀ ਅਸਾਈਨਮੈਂਟ ਇਹ ਹੈ ਕਿ ਹੁਣ ਤੁਸੀਂ ਅਜਿਹੇ ਹੋਰ ਕੰਮਾਂ ਦੀ ਸੂਚੀ ਤਿਆਰ ਕਰੋ ਜੋ ਕਿ ਤੁਹਾਨੂੰ ਆਗਿਆਕਾਰ ਬਣਾਉਂਦੇ ਹਨ। ਆਪਾਂ ਫਿਰ ਮਿਲਾਂਗੇ। ਧੰਨਵਾਦ ਜੀ। जमात पंजवीं विशा पंजाबी पाठ 7 सतरंगी तितली। बेटा तुसी ये पाठ चंगी तरह पढ़ लिया है। आज आपां इस पाठ के अभ्यास विचों खाली थावां भरो करांगे। हाँ जी बच्चों, चलो फिर शुरू करते हैं। ठीक शब्द चुन के खाली थावां भरो। बेटा इस पेज ते आपां नूं 1 2 3 4 5 वाक दिते गए ने ते इस साइड ते आपां नूं 5 ही शब्द दिते गए ने। शब्द हैगे अपने चैन, बेवसी, घा, सब दे, शक्ति। इन्हां 5 शब्दां दी वरतों करते हुए आपां सही शब्द चुन के इन्हां खाली थावां दे विच भरना है। ठीक है बेटा। साडा पहला वाक है, खरगोश उस नूं खाली थां नहीं सी लैण दे रिहा। हाँ जी बेटा, इत्थे उसनू शब्द है जिहड़ा ये तितली वास्ते वरतिया गया है। खरगोश तितली नू की नहीं सी लैण दे रहा? बिल्कुल सही, चैन। ठीक है, खरगोश उसनू चैन नहीं सी लैण दे रिहा। साडा अगला वाक है, निक्के तो निक्के जीव दी अपनी खाली थां हुंदी है। निक्के तो निक्के जीव की भी अपनी की हुंदी है राजे? शक्ति। आप इत्थे लिखांगे शक्ति। साडा अगला वाक है, डब्बे खरगोश की आवाज़ विच डैश सी। की सी राजे डब्बे खरगोश की आवाज़ विच? हाँ जी, बेवसी। बिल्कुल बेवस हो गया सी, हार गया सी। साडा अगला वाक है, असी तां डैश दोस्त हाँ। ठीक है, बूढ़े खरगोश ने तितली नूं कहा सी असी तां डैश दोस्त हाँ। डैश विच की आएगा बेटा? सब दे। असी तां सब दे दोस्त हाँ। साडा अगला वाक है, खरगोश डैश नूं लिताड़ रहा सी। किस नूं लिताड़ रहा सी बेटा खरगोश? बिल्कुल ठीक, घा। खरगोश घा नूं लिताड़ रहा सी। एक बारी फिर तो आपां इन्हां नूं पढ़ लैंदे हां। खरगोश उसनू चैन नहीं सी लैण दे रहा। निक्के तो निक्के जीव दी अपनी शक्ति हुंदी है। डब्बे खरगोश दी आवाज़ विच बेवसी सी। असी तां सब दे दोस्त हाँ। खरगोश घा नूं लिताड़ रहा सी। हुण आपां अगले 5 वाकां ते चलदे हाँ। उसी तरह सानू 5 शब्द दिते हुए हैं। साडे शब्द ने नज़रां, तितली, शर्मसार, घुरने, वादी। इन्हां शब्दां दी वरतों करके असीं इन्हां वाकां नूं पूरा करना है। साडा अगला वाक है, खरगोश ने डैश नूं फजूल चीज़ कहा। खरगोश ने किस नूं कहा सी फजूल चीज़? तितली नूं। शाबाश। खरगोश ने तितली नूं फजूल चीज़ कहा। साडा अगला वाक है, खरगोश डैश तो ओले हो गया। जो खरगोश ते तितली दोनों चले सी तो खरगोश बहुत तेज तेज गया सी तो डैश तो ओले हो गया। की आएगा राजे उरे? नज़रां। खरगोश दिखाई देना बंद हो गया सी। खरगोश नज़रां तो ओले हो गया। साडा अगला वाक है, झील दे पार फुल्लां दी डैश सी। की सी राजे झील दे उस पार फुल्लां दी? वादी। उत्थे बहुत सारे फुल खिड़े हुए सी। ਤਾਂ ਸਾਡਾ ਵਾਕ ਹੈ, ਝੀਲ ਦੇ ਪਾਰ ਫੁੱਲਾਂ ਦੀ ਵਾਦੀ ਸੀ। ਸਾਡਾ ਅਗਲਾ ਵਾਕ ਹੈ, ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਡੈਸ਼ ਸਨ। ਫੁੱਲਾਂ ਦੀ ਵਾਦੀ ਵਿੱਚ ਕੀ ਸੀ ਰਾਜੇ ਖਰਗੋਸ਼ਾਂ ਦੇ? ਘੁਰਨੇ। ਘੁਰਨੇ ਕੀ ਹੁੰਦੇ ਆ? ਜਿਹੜੀ ਜਗ੍ਹਾ ਤੇ ਖਰਗੋਸ਼ ਰਹਿੰਦੇ ਨੇ। ਠੀਕ ਹੈ, ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਘੁਰਨੇ ਸਨ। ਸਾਡਾ ਆਖਰੀ ਵਾਕ ਹੈ, ਡੱਬਾ ਖਰਗੋਸ਼ ਬਹੁਤ ਡੈਸ਼ ਹੋਇਆ। की होया सी राजे? डब्बा खरगोश बहुत ही ज़्यादा
ਸ਼ਰਮਸਾਰ। ਠੀਕ ਹੈ ਜੀ, ਇੱਕ ਵਾਰੀ ਆਪਾਂ ਇਹਨਾਂ ਸਾਰਿਆਂ ਨੂੰ ਦੇਖ ਲੈਂਦੇ ਹਾਂ। ਖਰਗੋਸ਼ ਨੇ ਤਿਤਲੀ ਨੂੰ ਫਜ਼ੂਲ ਚੀਜ਼ ਕਿਹਾ। ਖਰਗੋਸ਼ ਨਜ਼ਰਾਂ ਤੋਂ ਓਲੇ ਹੋ ਗਿਆ। ਝੀਲ ਦੇ ਪਾਰ ਫੁੱਲਾਂ ਦੀ ਵਾਦੀ ਸੀ। ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਘੁਰਨੇ ਸਨ। ਡੱਬਾ ਖਰਗੋਸ਼ ਬਹੁਤ ਸ਼ਰਮਸਾਰ ਹੋਇਆ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਗਣਿਤ ਦੀ ਦੁਨੀਆ ਸ਼੍ਰੇਣੀ 5ਵੀਂ ਲਈ ਦੇ ਪੇਜ ਨੰਬਰ 37 ਉੱਪਰ ਦਰਜ 15ਵਾਂ ਤੇ 16ਵਾਂ ਸਵਾਲ ਹੱਲ ਕਰਾਂਗੇ। ਸ਼ੁਰੂ ਕਰਦੇ ਹਾਂ। 15ਵਾਂ ਸਵਾਲ, ਸੰਦੀਪ ਦੇ ਬੈਂਕ ਖਾਤੇ ਵਿੱਚ 78500 ਰੁਪਏ ਸਨ। ਉਹ ਆਪਣੇ ਬੈਂਕ ਖਾਤੇ ਵਿੱਚ ਕਿੰਨੇ ਰੁਪਏ ਹੋਰ ਜਮ੍ਹਾਂ ਕਰਵਾਏ ਕਿ ਉਸਦੇ ਖਾਤੇ ਵਿੱਚ 1 ਲੱਖ ਰੁਪਏ ਪੂਰੇ ਹੋ ਜਾਣ? ਸੰਦੀਪ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਰਾਸ਼ੀ 78500 ਰੁਪਏ। ਖਾਤੇ ਵਿੱਚ ਰਾਸ਼ੀ ਹੋ ਜਾਵੇ 1 ਲੱਖ ਰੁਪਇਆ। ਖਾਤੇ ਵਿੱਚ ਹੋਰ ਕਿੰਨੀ ਰਾਸ਼ੀ ਜਮ੍ਹਾਂ ਕਰਾਏ ਕਿ ਉਸਦੇ ਖਾਤੇ ਵਿੱਚ ਲੱਖ ਰੁਪਇਆ ਹੋ ਜਾਵੇ? ਇਹ ਪਤਾ ਕਰਨ ਲਈ ਅਸੀਂ 1 ਲੱਖ ਵਿੱਚੋਂ 78500 ਘਟਾਵਾਂਗੇ। ਘਟਾਓ ਕਰਨ ਲਈ ਅਸੀਂ ਇਸ ਨੂੰ ਸਥਾਨਕ ਮੁੱਲ ਸਾਰਣੀ ਵਿੱਚ ਰੱਖਦੇ ਹਾਂ। ਪਹਿਲੀ ਲੱਖ ਵਾਲੀ ਸੰਖਿਆ ਵਿੱਚ ਸਾਡੇ ਕੋਲ ਇਕਾਈ ਦੇ ਸਥਾਨ ਤੇ ਵੀ ਕੁਝ ਨਹੀਂ ਹੈ, ਦਹਾਈ ਦੇ ਸਥਾਨ ਤੇ ਵੀ ਕੁਝ ਨਹੀਂ ਹੈ, ਸੈਂਕੜੇ ਦੇ ਸਥਾਨ ਤੇ ਵੀ ਕੁਝ ਨਹੀਂ ਹੈ, ਹਜ਼ਾਰ ਦੇ ਸਥਾਨ ਤੇ ਵੀ ਕੁਝ ਨਹੀਂ ਹੈ ਅਤੇ 10000 ਦੇ ਵੀ ਸਥਾਨ ਤੇ ਕੁਝ ਨਹੀਂ ਹੈ। ਜਦ ਕਿ ਸਾਨੂੰ ਘਟਾਓ ਕਰਨ ਲਈ ਸੈਂਕੜੇ, ਹਜ਼ਾਰ ਅਤੇ 10000 ਦੀ ਲੋੜ ਪਏਗੀ। ਸਭ ਤੋਂ ਪਹਿਲਾਂ ਸੈਂਕੜਾ ਪ੍ਰਾਪਤ ਕਰਨ ਲਈ ਅਸੀਂ ਹਜ਼ਾਰ ਵਾਲੇ ਕਾਲਮ ਵਿੱਚ ਦੇਖਦੇ ਹਾਂ। ਇੱਥੇ ਵੀ ਕੋਈ ਹਜ਼ਾਰ ਨਹੀਂ ਹੈ ਤੇ ਫਿਰ ਸਾਨੂੰ 10000 ਵਾਲੇ ਕਾਲਮ ਵਿੱਚ ਦੇਖਣਾ ਪਏਗਾ। ਇੱਥੇ ਵੀ ਕੋਈ 10000 ਨਹੀਂ ਤੇ ਅਸੀਂ ਲੱਖ ਵਾਲੇ ਕਾਲਮ ਵਿੱਚ ਜਾਂਦੇ ਹਾਂ। ਜਿੱਥੇ ਸਾਡੇ ਕੋਲ ਲੱਖ ਦੀ ਸੰਖਿਆ ਮੌਜੂਦ ਹੈ, ਸਮਝਣ ਲਈ ਅਸੀਂ ਲੱਖ ਦਾ ਕਾਰਡ ਲੈਂਦੇ ਹਾਂ। ਅਸੀਂ ਇਸ ਲੱਖ ਦੇ ਖੁੱਲੇ ਲੈਂਦੇ ਹਾਂ ਤਾਂ ਸਾਡੇ ਕੋਲ 10,000 ਵਾਲੇ ਕਾਰਡ ਆ ਜਾਂਦੇ ਹਨ। ਹੁਣ ਅਸੀਂ ਹਜ਼ਾਰ ਵਾਸਤੇ ਇੱਕ 10000 ਦੇ ਕਾਰਡ ਬਦਲੇ 10 1-1000 ਦੇ ਕਾਰਡ ਲੈ ਲੈਂਦੇ ਹਾਂ। ਸਾਡੇ ਕੋਲ 10000 ਦੇ 9 ਕਾਰਡ ਬਾਕੀ ਰਹਿ ਜਾਂਦੇ ਹਨ। ਹੁਣ ਸਾਨੂੰ ਸੈਂਕੜੇ ਵੀ ਚਾਹੀਦੇ ਹਨ। ਅਸੀਂ 1000 ਦੇ ਕਾਰਡ ਬਦਲੇ 10 ਸੈਂਕੜੇ ਲੈ ਲੈਂਦੇ ਹਾਂ ਤੇ ਸਾਡੇ ਕੋਲ 10 ਸੈਂਕੜੇ ਆ ਜਾਂਦੇ ਹਨ, ਜਦ ਕਿ 1000 ਦੇ ਸਾਡੇ ਕੋਲ 9 ਕਾਰਡ ਰਹਿ ਜਾਂਦੇ ਹਨ। ਸ਼ੁਰੂ ਕਰਦੇ ਹਾਂ ਘਟਾਓ। ਸਾਡੇ ਕੋਲ ਇਕਾਈ ਦੇ ਸਥਾਨ ਤੇ ਕੋਈ ਇਕਾਈ ਨਹੀਂ ਹੈ ਤੇ ਨਾ ਹੀ ਘਟਾਉਣੀ ਹੈ ਤਾਂ ਅਸੀਂ ਇੱਥੇ 0 ਲਗਾ ਦੇਵਾਂਗੇ। ਇਸੇ ਤਰ੍ਹਾਂ ਹੀ ਦਹਾਈ ਵੀ ਕੋਈ ਨਹੀਂ ਹੈ ਤੇ ਨਾ ਹੀ ਘਟਾਉਣੀ ਹੈ ਤਾਂ ਦਹਾਈ ਹੇਠਾਂ ਵੀ ਅਸੀਂ 0 ਲਿਖ ਦਿੰਦੇ ਹਾਂ। ਹੁਣ ਸਾਡੇ ਕੋਲ ਸੈਂਕੜੇ ਹਨ 10, ਤਾਂ ਜਦੋਂ ਇਹਨਾਂ ਵਿੱਚੋਂ 5 ਘਟਣਗੇ ਤਾਂ ਸਾਡੇ ਕੋਲ 5 ਬਾਕੀ ਰਹਿ ਜਾਣਗੇ ਤੇ ਅਸੀਂ ਇਹ ਸੈਂਕੜੇ ਵਾਲੇ ਕਾਲਮ ਵਿੱਚ ਲਿਖਦੇ ਹਾਂ। 9000 ਵਿੱਚੋਂ ਜਦੋਂ 8000 ਘਟਦਾ ਹੈ ਤਾਂ 1000 ਬਾਕੀ ਰਹਿ ਜਾਂਦਾ ਹੈ। ਇਹ 1000 ਵਾਲੇ ਕਾਲਮ ਵਿੱਚ ਲਿਖ ਦਿੰਦੇ ਹਾਂ ਤੇ 10000 ਵਾਲੇ 9 ਕਾਰਡਾਂ ਵਿੱਚੋਂ ਜਦ 7 ਘਟਾਉਂਦੇ ਹਾਂ ਤਾਂ 2 10000 ਦੇ ਕਾਰਡ ਬਾਕੀ ਰਹਿੰਦੇ ਹਨ, ਜੋ ਕਿ ਅਸੀਂ 10000 ਹੇਠਾਂ ਲਿਖ ਦਿੰਦੇ ਹਾਂ। ਜੋ ਘਟਾਓ ਤੋਂ ਬਾਅਦ ਉੱਤਰ ਆਉਂਦਾ ਹੈ ਉਹ ਹੈ 21500 ਰੁਪਏ। ਭਾਵ ਸੰਦੀਪ ਇਹ ਰਾਸ਼ੀ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਏ ਤਾਂ ਉਸ ਕੋਲ 1 ਲੱਖ ਰੁਪਏ ਹੋ ਜਾਣਗੇ। ਸੋ ਪਿਆਰੇ ਬੱਚਿਓ, ਸ਼ੁਰੂ ਕਰਦੇ ਹਾਂ 16ਵਾਂ ਸਵਾਲ। ਇੱਕ ਆਦਮੀ ਪਹਿਲੇ ਦਿਨ ਪਠਾਨਕੋਟ ਤੋਂ ਸ਼੍ਰੀਨਗਰ ਤੱਕ 435 ਕਿਲੋਮੀਟਰ ਕਾਰ ਚਲਾਉਂਦਾ ਹੈ। ਅਗਲੇ ਦਿਨ ਉਹ ਆਦਮੀ ਸ਼੍ਰੀਨਗਰ ਤੋਂ ਲੇਹ ਤੱਕ 380 ਕਿਲੋਮੀਟਰ ਕਾਰ ਚਲਾਉਂਦਾ ਹੈ। ਉਸ ਆਦਮੀ ਨੇ 2 ਦਿਨਾਂ ਵਿੱਚ ਕਿੰਨੀ ਦੂਰੀ ਤੈਅ ਕੀਤੀ? ਪਠਾਨਕੋਟ ਤੋਂ ਸ਼੍ਰੀਨਗਰ ਤੱਕ ਚਲਾਈ ਕਾਰ 435 ਕਿਲੋਮੀਟਰ, ਸ਼੍ਰੀਨਗਰ ਤੋਂ ਲੇਹ ਤੱਕ ਚਲਾਈ ਕਾਰ 380 ਕਿਲੋਮੀਟਰ। 2 ਦਿਨਾਂ ਵਿੱਚ ਤੈਅ ਕੀਤੀ ਕੁੱਲ ਦੂਰੀ ਪਤਾ ਕਰਨ ਲਈ ਅਸੀਂ ਦੋਨੋਂ ਸੰਖਿਆਵਾਂ ਦਾ ਜੋੜ ਕਰਾਂਗੇ। ਤਾਂ ਇਹਨਾਂ ਦਾ ਜੋੜ ਕਰਨ ਲਈ ਅਸੀਂ ਇਹਨਾਂ ਦੋਨੋਂ ਸੰਖਿਆਵਾਂ ਨੂੰ ਸਥਾਨਕ ਮੁੱਲ ਸਾਰਣੀ ਵਿੱਚ ਰੱਖਦੇ ਹਾਂ। ਸਾਡੇ ਕੋਲ ਪਹਿਲੀ ਸੰਖਿਆ ਵਿੱਚ 4 ਸੈਂਕੜੇ, 3 ਦਹਾਈਆਂ
ਅਤੇ 5 ਇਕਾਈਆਂ ਹਨ, ਜਦ ਕਿ ਦੂਸਰੀ ਸੰਖਿਆ ਵਿੱਚ 3 ਸੈਂਕੜੇ 8 ਦਹਾਈਆਂ ਅਤੇ 0 ਇਕਾਈਆਂ ਹਨ। ਹੁਣ ਜਦੋਂ ਅਸੀਂ ਇਕਾਈ ਵਾਲੇ ਪਾਸੇ ਤੋਂ ਜੋੜ ਸ਼ੁਰੂ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਸਾਡੇ ਕੋਲ ਇਕਾਈਆਂ ਕਿੰਨੀਆਂ ਹਨ? 5। ਤਾਂ ਅਸੀਂ ਇਹ 5 ਇਕਾਈਆਂ ਇਕਾਈ ਵਾਲੇ ਕਾਲਮ ਦੇ ਵਿੱਚ ਲਿਖ ਦੇਵਾਂਗੇ। ਹੁਣ ਜਦੋਂ ਅਸੀਂ ਦਹਾਈਆਂ ਦਾ ਜੋੜ ਕਰਦੇ ਹਾਂ ਤਾਂ ਸਾਡੇ ਕੋਲ ਕੁੱਲ ਦਹਾਈਆਂ ਬਣਦੀਆਂ ਹਨ 11। ਸਾਨੂੰ ਪਤਾ ਹੈ 10 ਦਹਾਈਆਂ ਬਰਾਬਰ ਹੁੰਦੀਆਂ ਹਨ 1 ਸੈਂਕੜਾ, ਤਾਂ ਇਹ 10 ਦਹਾਈਆਂ ਦਾ 1 ਸੈਂਕੜਾ ਬਣ ਜਾਵੇਗਾ, ਜਿਸ ਨੂੰ ਅਸੀਂ ਸੈਂਕੜੇ ਵਾਲੇ ਪਾਸੇ ਉੱਪਰ ਲਿਖ ਦਿੱਤਾ ਹੈ। ਹੁਣ ਜੋ 1 ਦਹਾਈ ਬਾਕੀ ਬਚੀ ਹੈ ਉਹ ਦਹਾਈ ਵਾਲੇ ਕਾਲਮ ਦੇ ਵਿੱਚ ਲਿਖ ਦੇਵਾਂਗੇ। ਹੁਣ ਜਦੋਂ ਅਸੀਂ 100 ਭਾਵ ਸੈਂਕੜਿਆਂ ਦਾ ਜੋੜ ਕਰਾਂਗੇ ਤਾਂ ਇਹਨਾਂ ਦੀ ਗਿਣਤੀ 8 ਬਣਦੀ ਹੈ, ਜੋ ਕਿ ਅਸੀਂ ਸੈਂਕੜੇ ਵਾਲੇ ਕਾਲਮ ਦੇ ਵਿੱਚ ਲਿਖ ਦਿੱਤੀ ਹੈ। ਇਸ ਤਰ੍ਹਾਂ ਦੋਨਾਂ ਸੰਖਿਆਵਾਂ ਦਾ ਜੋੜ ਹੈ 815, ਭਾਵ ਉਸ ਆਦਮੀ ਨੇ ਕਾਰ ਰਾਹੀਂ 2 ਦਿਨਾਂ ਵਿੱਚ ਕੁੱਲ 815 ਕਿਲੋਮੀਟਰ ਦੂਰੀ ਤੈਅ ਕੀਤੀ। ਸੋ ਆਓ ਪਿਆਰੇ ਬੱਚਿਓ, ਨੋਟ ਕਰੋ ਘਰ ਦਾ ਕੰਮ। ਅੱਜ ਤੁਸੀਂ ਗਣਿਤ ਦੀ ਦੁਨੀਆ ਦੇ ਪੇਜ ਨੰਬਰ 37 ਤੇ ਇਹ 15ਵਾਂ ਅਤੇ 16ਵਾਂ ਸਵਾਲ ਆਪ ਹੱਲ ਕਰਨੇ ਹਨ। ਬਹੁਤ ਬਹੁਤ ਧੰਨਵਾਦ। Hello children, today we are going to discuss exercise part A. Read the sentences and underline the pronouns. Earlier we have discussed first 3 set of sentences. Today we are going to discuss rest of the parts. Let's start. But before starting the exercise, now we will start the exercise. Here is I, me, my, we, us, our, he, him, his, she, her, their, you, your, yours, it, its, them. Now we will start the exercise. Underline the pronouns. Here is our set of sentences. An elephant is a big animal. It has a very long trunk. Dear children, here it has been used for an elephant, and we know that it is a pronoun, so we will underline it. Here is our next set. Manjeet and I are friends. We will play football. Children, we know that I and we are pronouns, so we will underline I and we. Yes. Now we have these flowers are very beautiful. They smell very sweet. Yes, they. Here they has been used for flower, and we know that they is a pronoun. So we'll underline they. Yes, they. In this set of sentences, we have Ranjit and Sonia are not eating anything. They are not feeling well. Here again, they has been used.
And here they is for Ranjit and Sonia. So they is a pronoun, so we will underline they. Here is our next set. Manjeet is singing a song. Her voice is very sweet. Her voice. Here, her has been used for Manjeet. Manjeet is a girl. So here, her has been used. So we know that her is a pronoun. So we'll underline her. Now it's time for homework. Children, you have to read these sentences and write down in your notebook and underline the pronouns. Thank you. ਪਿਆਰੇ ਵਿਦਿਆਰਥੀਓ, ਅੱਜ ਅਸੀਂ ਪਾਠ 6 ਧਰਤੀ ਸਾਡਾ ਵੀ ਘਰ ਦੇ ਅਭਿਆਸ ਪ੍ਰਸ਼ਨ ਉੱਤਰ ਹੱਲ ਕਰਾਂਗੇ। ਸਾਡੇ ਰਾਸ਼ਟਰੀ ਜਾਨਵਰ ਅਤੇ ਰਾਸ਼ਟਰੀ ਪੰਛੀ ਦਾ ਨਾਮ ਲਿਖੋ। ਇਸ ਦਾ ਉੱਤਰ ਹੈ ਸਾਡਾ ਰਾਸ਼ਟਰੀ ਜਾਨਵਰ ਬਾਘ, ਸਾਡਾ ਰਾਸ਼ਟਰੀ ਪੰਛੀ ਮੋਰ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਪਾਠ ਦੇ ਵਿੱਚ ਪੜ੍ਹਿਆ ਹੈ। ਪਿਆਰੇ ਵਿਦਿਆਰਥੀਓ, ਸਾਡੇ ਕੋਲ ਕੁਝ ਖਾਲੀ ਥਾਵਾਂ ਦਿੱਤੀਆਂ ਹੋਈਆਂ ਹਨ, ਇਹਨਾਂ ਨੂੰ ਤੁਸੀਂ ਭਰਨਾ ਹੈ। ਊੜਾ ਖਾਲੀ ਥਾਂ ਹੈ ਬਾਘ ਡੈਸ਼ ਪਰਿਵਾਰ ਨਾਲ ਸੰਬੰਧਿਤ ਜੀਵ ਹੈ। ਪਿਆਰੇ ਵਿਦਿਆਰਥੀਓ, ਇਸ ਦਾ ਉੱਤਰ ਕੀ ਹੋ ਸਕਦਾ ਹੈ? ਬਿਲਕੁਲ ਸਹੀ, ਬਾਘ ਬਿੱਲੀ ਪਰਿਵਾਰ ਨਾਲ ਸੰਬੰਧਿਤ ਜੀਵ ਹੁੰਦਾ ਹੈ। ਐੜਾ ਖਾਲੀ ਥਾਂ ਹੈ ਬਾਘ ਦੇ ਸਰੀਰ 'ਤੇ ਡੈਸ਼ ਅਤੇ ਚੀਤੇ ਦੇ ਸਰੀਰ 'ਤੇ ਡੈਸ਼ ਹੁੰਦੀਆਂ ਹਨ। ਪਿਆਰੇ ਵਿਦਿਆਰਥੀਓ, ਤੁਸੀਂ ਪਾਠ ਦੇ ਵਿੱਚ ਪੜ੍ਹਿਆ ਹੈ ਬਾਘ ਦੇ ਸਰੀਰ 'ਤੇ ਕਾਲੀਆਂ ਧਾਰੀਆਂ ਅਤੇ ਚੀਤੇ ਦੇ ਸਰੀਰ 'ਤੇ ਕਾਲੀਆਂ ਚਿੱਤੀਆਂ ਹੁੰਦੀਆਂ ਹਨ। ਈੜੀ ਖਾਲੀ ਥਾਂ ਹੈ ਭਾਰਤ ਵਿੱਚ ਸੰਨ 2008 ਤੱਕ ਲਗਭਗ ਡੈਸ਼ ਬਾਘ ਸਨ। ਤੁਸੀਂ ਪਾਠ ਦੇ ਵਿੱਚ ਪੜ੍ਹਿਆ ਹੈ ਕਿ 2008 ਤੱਕ ਲਗਭਗ 1411 ਬਾਘ ਸਨ। ਪਿਆਰੇ ਵਿਦਿਆਰਥੀਓ, ਅਗਲਾ ਪ੍ਰਸ਼ਨ ਹੈ ਸਹੀ ਕਥਨ ਅੱਗੇ ਸਹੀ ਦਾ ਨਿਸ਼ਾਨ ਲਗਾਓ ਅਤੇ ਗਲਤ ਅੱਗੇ ਗਲਤ ਦਾ ਨਿਸ਼ਾਨ ਲਗਾਓ। ਪਿਆਰੇ ਵਿਦਿਆਰਥੀਓ, ਊੜਾ ਕਥਨ ਹੈ ਬਾਘ ਮਨੁੱਖ ਨਾਲੋਂ 6 ਗੁਣਾ ਵੱਧ ਦੇਖ ਸਕਦਾ ਹੈ। ਕੀ ਇਹ ਕਥਨ ਸਹੀ ਹੈ? ਹਾਂਜੀ ਪਿਆਰੇ ਵਿਦਿਆਰਥੀਓ, ਇਹ ਕਥਨ ਬਿਲਕੁਲ ਸਹੀ ਹੈ। ਬਿੱਲੀਆਂ ਨੀਂਦ ਸਮੇਂ ਆਲੇ ਦੁਆਲੇ ਖਤਰੇ ਨੂੰ ਮਹਿਸੂਸ ਨਹੀਂ ਕਰ ਸਕਦੀਆਂ। ਪਿਆਰੇ ਵਿਦਿਆਰਥੀਓ, ਇਹ ਕਥਨ ਗਲਤ ਹੈ ਕਿਉਂਕਿ ਨੀਂਦ ਸਮੇਂ ਵੀ ਬਿੱਲੀਆਂ ਬਹੁਤ ਸੁਚੇਤ ਰਹਿੰਦੀਆਂ ਹਨ। ਈੜੀ ਕਥਨ ਹੈ ਭੂਚਾਲ ਦੇ ਖਤਰੇ ਨੂੰ ਮਨੁੱਖ ਪੰਛੀਆਂ ਨਾਲੋਂ ਪਹਿਲਾਂ ਮਹਿਸੂਸ ਕਰ ਸਕਦੇ ਹਨ। ਇਹ ਕਥਨ ਗਲਤ ਹੈ ਕਿਉਂਕਿ ਪੰਛੀ ਮਨੁੱਖ ਨਾਲੋਂ ਪਹਿਲਾਂ ਖਤਰੇ ਨੂੰ ਮਹਿਸੂਸ ਕਰਦੇ ਹਨ। ਸੱਸਾ ਕਥਨ ਹੈ ਸਾਨੂੰ ਬਾਘ ਦੀ ਚਮੜੀ ਤੋਂ ਬਣੀਆਂ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਵਿਦਿਆਰਥੀਓ, ਇਹ ਕਥਨ ਬਿਲਕੁਲ ਸਹੀ ਹੈ। ਬਾਘ ਆਪਣੀ ਆਵਾਜ਼ ਨੂੰ ਮੌਕੇ ਅਨੁਸਾਰ ਬਦਲ ਲੈਂਦਾ ਹੈ। ਕੀ ਇਹ ਕਥਨ ਸਹੀ ਹੈ? ਹਾਂਜੀ ਪਿਆਰੇ ਵਿਦਿਆਰਥੀਓ, ਇਹ ਕਥਨ ਬਿਲਕੁਲ ਸਹੀ ਹੈ ਕਿ ਬਾਘ ਮੌਕੇ ਅਨੁਸਾਰ ਆਪਣੀ ਆਵਾਜ਼ ਬਦਲ ਲੈਂਦਾ ਹੈ। ਅਗਲਾ ਪ੍ਰਸ਼ਨ ਹੈ ਜੰਗਲੀ ਜੀਵਨ ਸੁਰੱਖਿਆ ਹਫ਼ਤਾ ਮਨਾਉਣ ਦਾ ਕੀ ਮਹੱਤਵ ਹੈ? ਆਓ ਇਸ ਦਾ ਉੱਤਰ ਦੇਖੀਏ। ਇਸ ਦਾ ਮੰਤਵ ਲੋਕਾਂ ਨੂੰ ਜੰਗਲੀ ਜੀਵਨ ਦੀ ਸੁਰੱਖਿਆ ਬਾਰੇ ਜਾਗਰੂਕ ਕਰਨਾ ਹੈ ਅਤੇ ਜੋ ਜੰਗਲੀ ਜੀਵ ਅਲੋਪ ਹੋ ਰਹੇ ਹਨ ਉਹਨਾਂ ਦੀ ਹੋਂਦ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।
ਆਓ ਪਿਆਰੇ ਵਿਦਿਆਰਥੀਓ, ਹੁਣ ਵੇਲਾ ਹੈ ਘਰ ਦੇ ਕੰਮ ਦਾ। ਤੁਸੀਂ ਅੱਜ ਦੇ ਸਾਰੇ ਅਭਿਆਸ ਪ੍ਰਸ਼ਨਾਂ ਨੂੰ ਆਪਣੀ ਕਾਪੀ ਉੱਪਰ ਸਾਫ਼-ਸਾਫ਼ ਲਿਖਣਾ ਹੈ ਅਤੇ ਚੰਗੀ ਤਰ੍ਹਾਂ ਯਾਦ ਕਰਨਾ ਹੈ।